ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਜੀ। ਜਾ ਕੋ ਮੁਸ਼ਕਲ ਅਤ ਬਣੈ ਤੋਏ ਕੋਏ ਨਾ ਦੇ। ਸਤਿਗੁਰੂ ਕਹਿੰਦੇ ਹੈ ਵੀ ਕਿਸੇ ਤੇ ਅੱਤ ਦੀ ਮੁਸ਼ਕਲ ਆ ਜਾਏ, ਵੀ ਕੋਈ ਆਸਰਾ ਨਾ ਦਿਸਦਾ ਹੋਵੇ, ਕੋਈ ਸਹਾਰਾ ਢੋਈ ਕੋਏ ਨਾ ਦੇ। ਵੀ ਮੁਸੀਬਤ ਬਹੁਤ ਵੱਡੀ ਆ ਜਾਏ ਕਿਸੇ ਤੇ, ਤੇ ਆਸਰਾ ਕੋਈ ਦਿਸੇ ਨਾ। ਮੇਰੇ ਖਿਆਲ ਵੀ ਸਾਰਿਆਂ ਦੇ ਜੀਵਨ 'ਚ ਵੀ ਇਹ ਕਈ ਵਾਰੀ ਇੱਕ ਦੋ ਚਾਰ ਵਾਰੀ ਵਾਪਰਦਾ ਹੈ ਵੀ ਬੰਦਾ ਨਿਰਬਲ ਹੋ ਜਾਂਦਾ ਹੈ, ਉਹਦੇ ਕੋਈ ਵੱਸ ਦੀ ਗੱਲ ਨਹੀਂ ਤੇ ਕੋਈ ਹੁਣ ਕੀ ਕਰਾਂ ਫਿਰ ਰੋਂਦਾ ਹੈ। ਇਹ ਸੰਸਾਰ ਵੀ ਗੁਰਮੁਖੋ ਦੇ 4 ਰੁਪਈਏ ਜੇਬ 'ਚ ਨੇ ਤੇ ਫਿਰ ਤੁਹਾਡੀ ਮਦਦ ਕਰੇਗਾ। ਜੇ ਨਹੀਂ ਕੁਝ ਤੇ ਤੁਹਾਡਾ ਅੱਗੇ ਮਹਾਰਾਜ ਨੇ ਗੱਲ ਕੀਤੀ ਹੈ, ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ ਹੈ। ਮਹਾਰਾਜ ਕਹਿੰਦੇ ਕਿਸੇ ਤੇ ਬਹੁਤ ਬੁਰਾ ਵਕਤ ਆ ਜੇ, ਬਹੁਤ ਮੁਸ਼ਕਲ ਬਣ ਜੇ, ਜਾਂ ਕੋ ਜਿਹਨੂੰ ਮੁਸ਼ਕਲ ਬਣ ਜੇ ਢੋਈ ਕੋਈ ਨਾ ਦੇ ਆਸਰਾ ਕੋਈ ਨਾ ਦਿਸਦਾ ਹੋਵੇ, ਸਹਾਰਾ ਕੋਈ ਨਾ ਦੇਣ ਵਾਲਾ ਹੋਵੇ। ਲਾਗੂ ਹੋਏ ਦੁਸ਼ਮਣਾ। ਮਹਾਰਾਜ ਕਹਿੰਦੇ ਦੁਸ਼ਮਣ ਲਾਗੂ ਹੋਏ ਦੁਸ਼ਮਣਾਂ ਦਾ ਤੇ ਦੁਸ਼ਮਣ ਮਾਰਨ ਲਈ ਤਿਆਰ ਹੋ ਜਾਣਾ। ਚਲੋ ਇੱਥੇ ਬਾਹਰਲੇ ਦੁਸ਼ਮਣ ਵੀ ਹੁੰਦੇ ਹੈ, ਅੰਦਰਲੇ ਦੁਸ਼ਮਣ ਵੀ ਹੁੰਦੇ ਹੈ। ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ, ਤੇ ਬਾਹਰੋਂ ਵੀ ਕਈ ਵਾਰੀ ਇਹੋ ਜਿਹਾ ਕਿਸੇ ਨਾਲ ਅਸੀਂ ਵਿਰੋਧ ਪੈਦਾ ਕਰ ਲੈਂਦੇ ਹਾਂ ਵੀ ਉਹ ਮਾਰਨ ਤੱਕ ਸਾਡੇ ਘਰੇ ਪਹੁੰਚ ਜਾਂਦੇ ਹੈ। ਇਹੋ ਜਿਹਾ ਕਈ ਵਾਰੀ ਕੋਈ ਬੰਦਾ ਗੁਨਾਹ ਪਾਪ ਕਰਦਾ ਹੈ, ਉਹ ਦੂਸਰੇ ਨੂੰ ਮਾਰਨ ਤੇ ਹੀ ਆ ਜਾਂਦੇ ਹੈ। ਜਾਂ ਵੈਸੇ ਵੀ ਸੱਚ ਦੇ ਪਹਿਰਾ ਦੇਣ ਵਾਲਿਆਂ ਨਾਲ ਵੀ ਐਸਾ ਹੋਇਆ, ਉਹਨਾਂ ਨੂੰ ਵੀ ਮਾਰਨ ਵਾਸਤੇ ਪੈਂਦੇ, ਉਹਨੂੰ ਮਾਰੇ ਹੋਏ ਨੇ ਉਹਨਾਂ ਨੇ ਜਿਹੜੇ ਸੱਚ ਦੇ ਪਹਿਰਾ ਕਹਿੰਦੇ ਉਹਨੂੰ ਖਤਮ ਕਰ ਦਿਓ। ਮਹਾਰਾਜ ਕਹਿੰਦੇ ਇਹੋ ਜਿਹਾ ਕਿਤੇ ਸਮਾਂ ਬਣ ਜੇ ਕਿ ਦੁਸ਼ਮਣ ਮਾਰਨ ਲਈ ਤਿਆਰ ਹੋ ਜਾਣ। ਸਾਕ ਪੇ ਭਜ ਖਲੇ। ਰਿਸ਼ਤੇਦਾਰ ਵੀ ਫਿਰ ਹੁਣ ਭੱਜ ਜਾਣ। ਬੜੇ ਪਿਆਰੇ ਬੋਲ ਨੇ ਵੀ ਮੁਸ਼ਕਲ ਅੱਤ ਦੀ ਬਣ ਜੇ, ਕਿਸੇ ਪਾਸੇ ਸਹਾਰਾ ਨਾ ਦਿਸੇ, ਦੁਸ਼ਮਣ ਮਾਰਨ ਲਈ ਪਹੁੰਚ ਜਾਣ, ਤੇ ਸਾਗ ਵੀ ਭੱਜ ਖੜੇ, ਸਾਗ ਵੀ ਹੱਥ ਖੜੇ, ਰਿਸ਼ਤੇਦਾਰ ਵੀ ਹੱਥ ਖੜੇ ਕਰ ਜਾਣ ਵੀ ਸਾਡੇ ਵੱਸ ਦੀ ਹੁਣ ਗੱਲ ਨਹੀਂ। ਸਭ ਭਜੈ ਆਸਰਾ ਚੁਕੈ ਸਭ ਅਸਰਾ। ਸਾਰੇ ਆਸਰੇ ਖਤਮ ਹੋ ਜਾਣ। ਆਸਰਾ ਤੇ ਅਸਰਾਓ ਦਾ ਅਰਥ ਕੀ ਹੈ? ਇੱਕ ਇਹ ਪਾਸਿਓਂ ਬਾਂਹ ਫੜਨ ਵਾਲਾ ਕੋਈ ਨਾ ਹੋਵੇ, ਜਿਨ੍ਹਾਂ ਤੇ ਅਸੀਂ ਕਿਤੇ ਸੋਚੀ ਬੈਠੇ ਹੁੰਦੇ ਵੀ ਔਖੇ ਵੇਲੇ ਕੰਮ ਆਉਣਗੇ, ਉਹ ਹੱਥ ਖੜੇ ਕਰ ਜਾਣ। ਕੋਈ ਸਾਡੀ ਮਦਦ ਕਰਨ ਲਈ ਬਿਲਕੁਲ ਤਿਆਰ ਨਾ ਹੋਵੇ, ਸਾਰੇ ਆਸਰੀ ਸਾਰੇ ਪਾਸਿਓਂ ਖਤਮ ਹੋ ਜਾਣ। ਚਿਤ ਆਵੈ ਉਸ ਪਾਰ ਬ੍ਰਹਮ। ਪਰ ਇਹੋ ਜਿਹੀ ਘੜੀ 'ਚ ਜੇ ਕਿਤੇ ਉਹਨੂੰ ਪਾਰ ਬ੍ਰਹਮ ਚੇਤੇ ਆ ਜਾਏ, ਮੁਸ਼ਕਲ ਬਹੁਤ ਬਣੀ ਹੋਈ ਹੈ, ਦੁਸ਼ਮਣ ਮਾਰ ਲਈ ਆ ਗਏ ਨੇ, ਸਾਗ ਕਹਿੰਦੇ ਅਸੀਂ ਕੁਝ ਕਰ ਨਹੀਂ ਸਕਦੇ ਹੈ, ਸਾਰੇ ਆਸਰੇ ਖਤਮ ਹੋ ਜਾਣ। ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ। ਹਾਂ, ਇਹੋ ਜਿਹੇ ਮੁਸ਼ਕਲ ਦੇ ਸਮੇਂ 'ਚ ਜੇ ਉਹਨੂੰ ਰੱਬ ਚੇਤੇ ਆ ਜਾਏ, ਲੱਗੈ ਨਾ ਤਤੀ ਵਾਹ। ਮਹਾਰਾਜ ਕਹਿੰਦੇ ਫਿਰ ਵਾਹਿਗੁਰੂ ਪਾਰ ਬ੍ਰਹਮ ਉਹਨੂੰ ਤਤੀ ਵਾਹ ਨਹੀਂ ਲੱਗਣ ਦਿੰਦਾ। ਜਦੋਂ ਸਾਰੇ ਹੱਥ ਖੜੇ ਕਰ ਜਾਣ ਫਿਰ ਉਹੀ ਆਸਰਾ ਹੈ ਗੁਰਮੁਖੋ। ਮ੍ਰਿਗੀ ਭਿਖੰਤ ਬਦਕ ਪ੍ਰਾਹਾ ਰੇਣ ਲੱਖ ਆਬਦੈ ਅਹੋ ਜਸ ਰਖੇਣ ਗੋਪਾਲੇ ਨਾਨਕ ਰੋਮ ਨਾ ਛੇਦਿਆ। ਤੇ ਸ਼ਿਕਾਰੀਆਂ ਨੇ ਘੇਰਾ ਪਾਇਆ ਹੋਵੇ, ਵਾਹਿਗੁਰੂ ਮਦਦ ਕਰਨ ਵਾਸਤੇ ਪਹੁੰਚ ਜੇ, ਕਹਿੰਦੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕਈ ਵਾਰੀ ਰਿਸ਼ਤੇਦਾਰ ਸਾਗ ਸੰਬੰਧੀ ਤੇ ਉਹ ਮਰਵਾਉਣ ਲਈ ਸਾਨੂੰ ਤਿਆਰ ਹੁੰਦੇ ਨੇ, ਉਹਦੇ ਕਹਿੰਦੇ ਮਾਰੋ ਇਹਨੂੰ। ਪਰ ਜੇ ਰੱਬ ਰੱਖਿਆ ਕਰਨ ਤੇ ਆਵੇ, ਮਹਾਰਾਜ ਕਹਿੰਦੇ ਲੱਗੇ ਨਾ ਤਤੀ ਵਾਓ, ਫਿਰ ਤੇ ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ। ਸਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ। ਭਾਈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ। ਜੋ ਸਾਹਿਬ ਡਾਢਾ ਨਾਲ ਹੈ ਨਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਉਹ ਦੁਨਿਆਵੀ ਦੁਸ਼ਮਣਾਂ ਤੋਂ ਤੇ ਅੰਦਰਲੇ ਦੁਸ਼ਮਣਾਂ ਤੋਂ ਵੀ ਛਡਾ ਲੈਂਦਾ। ਮਹਾਰਾਜ ਕਹਿੰਦੇ ਜੇ ਚਿੱਤ 'ਚ ਪਾਰ ਬ੍ਰਹਮ ਆ ਜਾਏ, ਉਹ ਤਤੀ ਵਾਹ ਤੱਕ ਨਹੀਂ ਲੱਗਣ ਦਿੰਦਾ ਹੈ ਜੀ। ਸਾਹਿਬ ਉਹ ਜਿਹੜਾ ਸਾਹਿਬ ਵਾਹਿਗੁਰੂ ਪਾਰ ਬ੍ਰਹਮ ਹੈ ਨਾ,
ਉਹ ਜਿਹੜੇ ਨਿਰਬਲ ਨੇ ਨਾ, ਜਿਨ੍ਹਾਂ ਕੋਲ ਕੋਈ ਤਾਕਤ ਨਹੀਂ, ਉਹਨਾਂ ਦਾ ਸਹਾਰਾ ਬਣਦਾ ਹੈ। ਚਲੋ ਇੱਥੇ ਤੇ ਬਹੁਤੇ ਤੁਹਾਨੂੰ ਅਮੀਰ ਬੰਦਿਆਂ ਦੀ ਮਦਦ ਕਰਨ ਵਾਲੇ, ਉਹਨਾਂ ਦੇ ਪਿੱਛੇ ਫੌਜਾਂ ਚੱਲਦੀਆਂ, ਗਰੀਬ ਦੀ ਮਦਦ ਕੌਣ ਕਰਦਾ ਹੈ? ਜਿਹਦੇ ਕੋਲ ਆਪਣੇ ਕੋਲ 4 ਬੰਦੇ ਨੇ, 4 ਬੰਦੇ ਉਹਦਾ ਹੀ ਸਾਥ ਦੇਣਗੇ। ਗਰੀਬ ਵਿਚਾਰੇ ਦੀ ਕੌਣ ਬਾਂਹ ਫੜਦਾ? ਉਹਨੂੰ ਤੇ ਮਾਰ ਹੀ ਪੈਂਦੀ ਚਾਰੇ ਪਾਸਿਓਂ। ਉਹ ਤੇ ਵਿਚਾਰਾ ਕਮਜ਼ੋਰ, ਫਿਰ ਰੱਬ ਅੱਗੇ, ਗੁਰੂ ਸਾਹਿਬ ਅੱਗੇ ਅਰਦਾਸ ਕਰੇਗਾ। ਮਹਾਰਾਜ ਕਹਿੰਦੇ ਉਹ ਜਿਹੜਾ ਪ੍ਰਮਾਤਮਾ ਹੈ ਨਾ, ਉਹ ਨਿਤਾਣਿਆਂ ਦਾ ਤਾਣ ਹੈ, ਜਿਹਦੇ ਕੋਲ ਕੋਈ ਬਲ ਨਹੀਂ ਹੈ, ਜਿਹੜਾ ਨੇ ਆਸਰਾ ਹੈ, ਨਿਰਬਲ ਹੈ, ਤਾਣ ਦਰਦ ਉਹਦਾ, ਤਾਕਤ ਉਹਨੂੰ ਦੇਣ ਵਾਲਾ, ਉਹਨੂੰ ਆਸਰਾ ਦੇਣ ਵਾਲਾ, ਉਹਨੂੰ ਸਹਾਰਾ ਦੇਣ ਵਾਲਾ। ਜਿਹਦਾ ਕੋਈ ਨਹੀਂ ਉਹਦਾ ਗੁਰੂ ਹੈ, ਜਿਹਦਾ ਕੋਈ ਨਹੀਂ ਉਹਦਾ ਪ੍ਰਮਾਤਮਾ ਹੈ। ਅਸੀਂ ਬਹੁਤ ਵਾਰੀ ਇਹ ਵਿਸ਼ੇ 'ਤੇ ਗੱਲ ਕੀਤੀ ਵੀ ਸਤਿਗੁਰੂ ਸਾਡੇ ਜਿਹੜੇ ਨਾ, ਉਹ ਨਿਮਾਣਿਆਂ ਦੀ ਮਾਣ ਹੈ, ਨਿਤਾੜਿਆਂ ਦੀ ਤਾਣ ਹੈ, ਨਿਓਟਿਆਂ ਦੀ ਓਟ, ਨੇ ਗਤਿਆਂ ਕੀ ਗਤ, ਨੇ ਪੱਤਿਆਂ ਕੀ ਪੱਤ, ਨੇ ਧਰਿਆ ਕੀ, ਜਿਹਦੀ ਕੋਈ ਧਿਰ ਨਹੀਂ, ਉਹਦਾ ਗੁਰੂ ਪੱਖ ਪੂਰਦਾ ਹੈ, ਨੇ ਆਸਰਿਆਂ ਦੇ ਆਸਰੇ। ਇਹ ਉਹਦੇ 'ਚ ਗੁਣ ਹੈ। ਜਿਹਦਾ ਕੋਈ ਨਹੀਂ, ਉਹਦਾ ਸਾਥ ਗੁਰੂ ਦਿੰਦਾ ਹੈ, ਉਹਦੀ ਮਦਦ ਵਾਹਿਗੁਰੂ ਕਰਦਾ ਹੈ। ਉਹ ਜਿਹੜੇ ਨਿਰਬਲ ਨੇ ਭਾਈ, ਉਹਨਾਂ ਨੂੰ ਤਾਕਤ ਦੇਣ ਵਾਲਾ ਹੈ। ਆਏ ਨਾ ਜਾਏ ਫਿਰ ਸਦਾ, ਗੁਰ ਸਬਦੀ ਸੱਚ ਜਾਣ। ਉਹ ਆਉਣ ਜਾਣ ਦੇ ਗੇੜ 'ਚ ਨਹੀਂ ਪੈਂਦਾ। ਆਏ ਨਾ ਜਾਈ ਫਿਰ ਸਦਾ, ਸਦਾ ਰਹਿਣ ਵਾਲਾ ਹੈ। ਇੱਕ ਉਹਦਾ ਆਸਰਾ ਵੀ ਥੋੜ੍ਹੇ ਸਮੇਂ ਵਾਸਤੇ ਸਾਨੂੰ ਕਿਸੇ ਦਾ ਮਿਲਦਾ ਹੈ। ਰੱਬ ਦਾ ਆਸਰਾ ਸਦੀਵ ਕਾਲ ਵਾਸਤੇ ਸਾਨੂੰ ਪ੍ਰਾਪਤ ਹੁੰਦਾ ਹੈ। ਆਏ ਨਾ ਜਾਈ ਫਿਰ ਸਦਾ, ਵਾਹਿਗੁਰੂ ਨਾ ਆਉਂਦਾ ਨਾ ਜਾਂਦਾ, ਉਹ ਸਦਾ ਫਿਰ ਰਹਿਣ ਵਾਲਾ, ਗੁਰ ਸ਼ਬਦ ਦੀ ਸੱਚ ਜਾਣ। ਇਹ ਅਸਲੀਅਤ ਸਾਨੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਪਤਾ ਲੱਗਦੀ ਹੈ ਵੀ ਰੱਬ ਹੀ ਅਸਲੀ ਆਸਰਾ ਹੈ ਸਾਡਾ। ਉਹ ਹੀ ਹੈ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ, ਵੀ ਸਭਨੀ ਥਾਈ ਉਹ ਹੀ ਰੱਖਿਆ ਕਰ ਸਕਦਾ ਹੈ। ਦਾਸ ਨੇ ਅੱਗੇ ਵੀ 1-2 ਵਾਰੀ ਬੇਨਤੀ ਕੀਤੀ ਸੀ, ਜੇ ਇੱਕ ਬਜ਼ੁਰਗ ਦੇ ਪਰਸ 'ਚ ਗੁਰੂ ਨਾਨਕ ਸਾਹਿਬ ਦੀ ਫੋਟੋ ਮਿਲਦੀ ਹੈ, ਉਹ ਦੱਸਦਾ, ਕਹਿੰਦਾ ਪਹਿਲਾਂ ਸਮਝ ਆਈ ਸਭ ਕੁਝ ਮਾਂ ਪਿਓ ਹੀ ਹੈ, ਉਹ ਚਲੇ ਗਏ ਛੱਡ ਕੇ, ਆਸਰਾ ਉਹਨਾਂ ਦਾ ਖਤਮ ਹੋ ਗਿਆ। ਫਿਰ ਘਰ ਵਾਲੀ ਆਈ, ਉਹਦੀ ਤਸਵੀਰ ਪਰਸ 'ਚ ਰੱਖੀ ਵੀ ਇਹ ਸਾਥ ਦੇਗੀ, ਉਹ ਵੀ ਛੱਡ ਗਈ। ਫਿਰ ਪੁੱਤਰਾਂ ਦੀ ਤਸਵੀਰ ਪਰਸ 'ਚ ਪਾਈ ਵੀ ਇਹ ਸਾਥ ਨਿਭਾਉਣਗੇ, ਤੇ ਇਹਨਾਂ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਤੇ ਕਹਿੰਦੇ ਹੁਣ ਸਾਰਿਆਂ ਦੀਆਂ ਤਸਵੀਰਾਂ ਕੱਢ ਕੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਪਰਸ 'ਚ ਰੱਖੀ ਹੈ ਵੀ ਸੱਚਾ ਆਸਰਾ ਤੇ ਗੁਰੂ ਦਾ ਹੀ ਹੈ। ਸਾਰੇ ਭੱਜ ਜਾਂਦੇ ਨੇ ਆਸਰੇ, ਸਾਥ ਛੱਡ ਜਾਂਦੇ ਇੱਕ ਦਿਨ। ਕਿੰਨੇ ਮਾਂ ਪਿਓ ਬਿਰਧ ਆਸ਼ਰਮ 'ਚ ਧੱਕੇ ਖਾ ਰਹੇ ਨੇ, ਬੱਚਿਆਂ ਨੇ ਘਰੋਂ ਕੱਢਿਆ ਆ, ਤੇ ਕਿਸੇ ਸਮੇਂ ਉਹ ਬੱਚਿਆਂ 'ਤੇ ਮਾਣ ਕਰਦੇ ਹੋਣਗੇ, ਮਾਂ ਪਿਓ ਵੀ ਸਾਡੇ ਬੱਚੇ ਹੈ, ਸਾਨੂੰ ਪਾਲਣਗੇ, ਸਾਨੂੰ ਸਾਂਭਣਗੇ। ਉਹ ਇੱਕ ਆਦਮੀ ਹੀ, ਉਹਦਾ ਨਿੱਕਾ ਜਿਹਾ ਬੱਚਾ ਸੀ, ਤੇ ਉਹ ਕਿਤੇ ਡਿੱਗ ਪੈਂਦਾ, ਉਹਦੇ ਸਿਰ ਤੇ ਮੱਥੇ ਤੇ ਸੱਟ ਲੱਗ ਜਾਂਦੀ ਹੈ, ਸਾਰੇ ਚਿਹਰੇ ਤੇ ਖੂਨ, ਤੇ ਬਾਪ ਨੂੰ ਪਤਾ ਲੱਗਾ, ਉਹ ਨੰਗੇ ਪੈਰੀ ਦੌੜਿਆ, ਉਹਨੇ ਬੱਚੇ ਨੂੰ ਕੁਛੜ ਚੁੱਕਿਆ, ਕੱਪੜੇ ਸਾਰੇ ਜਿਹੜੇ ਨੇ ਉਹ ਲਹੂ ਨਾਲ ਲਿਬੜ ਗਏ। ਉਹ ਡਾਕਟਰ ਕੋਲ ਲੈ ਕੇ ਜਾਂਦਾ ਹੈ, ਤੇ ਡਾਕਟਰ ਨੂੰ ਕਹਿੰਦੇ ਵੀ ਜਲਦੀ। ਉਹ ਡਾਕਟਰ ਵੇਖ ਕੇ ਕਹਿੰਦਾ ਘਬਰਾਉਣ ਵਾਲੀ ਗੱਲ ਨਹੀਂ ਹੈ, ਕੋਈ ਡੂੰਘੀ ਸੱਟ ਨਹੀਂ ਹੈ। ਉਹਨੇ ਉਹ ਬੜਾ ਕੁਝ, ਬੱਚੇ ਵਿਲਕਦਾ ਰਿਹਾ ਜਿੰਨਾ ਚਿਰ ਨੂੰ ਪਤਾ ਨਹੀਂ ਲੱਗ ਗਿਆ ਵੀ ਕਿੰਨੇ ਕੁ ਸੱਟ ਹੈ। ਪਿਓ ਜਿਹੜਾ ਸੀ ਤੜਫਦਾ ਰਿਹਾ, ਫਿਰ ਉਹਨੂੰ ਲਿਆ ਕੇ ਖਵਾਇਆ ਪਿਆਇਆ, ਕੁਝ ਬੁਕਲ 'ਚ ਲੈ ਕੇ ਬੈਠਾ, ਉਹਨੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ। ਉਹਦਾ ਪੂਰਾ ਸਮਾਂ ਲੰਘਦਾ ਜਾਂਦਾ ਹੈ ਜੀ। ਬਾਪੂ ਹੁਣ ਕਮਜ਼ੋਰ ਹੋ ਗਿਆ, ਤੇ ਪੁੱਤਰ ਉਹੀ ਹੋਣਾ, ਕਾਰੋਬਾਰ ਸਾਂਭਣ ਲੱਗ ਪਿਆ। ਜਦੋਂ ਬਾਪੂ ਕਮਜ਼ੋਰ ਹੋ ਗਿਆ, ਤੇ ਬਾਪੂ ਸੁੱਤਾ ਬੈੱਡ ਤੋਂ ਹੀ ਡਿੱਗ ਪਿਆ ਰਾਤ ਨੂੰ। ਬਜ਼ੁਰਗ ਨੂੰ ਪਤਾ ਨਹੀਂ ਲੱਗਦਾ, ਪਾਸਾ ਲੈਣ ਲੱਗਾ ਕਿਤੇ ਬੈੱਡ ਤੋਂ ਸੱਟ ਲੱਗ ਗਈ, ਤੇ ਘਰੋਂ ਫੋਨ ਆਉਂਦਾ ਪੁੱਤਰ ਨੂੰ ਵੀ ਬਾਪੂ ਦੇ ਸੱਟ ਲੱਗ ਗਈ ਹੈ। ਫਿਰ ਨੌਕਰ ਨੂੰ ਭੇਜਦਾ, ਜਾ ਬਾਪੂ ਨੂੰ ਵੀ ਪੱਟੀ ਪੁੱਟੀ ਕਰਾ ਕੇ ਲਿਆ, ਵੀ ਕਿਤੇ ਸੱਟ ਲੱਗ ਗਈ ਹੋਣੀ। ਤੇ ਉਹ ਕਲਪਦਾ ਵੀ ਕਿੰਨੇ ਦੀ ਆਖਿਆ, ਬਾਪੂ ਤੋਂ ਮੰਜੇ ਤੋਂ ਬੈੱਡ ਤੋਂ ਥੱਲੇ ਹੀ ਸੌਂ ਜਾਇਆ ਕਰਦੇ, ਤੇਰੇ ਤੋਂ ਨਹੀਂ ਡਿੱਗਿਆ ਜਾਂਦਾ। ਤੇ ਉਹਨੇ ਕਾਫੀ ਗੱਲਾਂ ਵੀ ਕੀਤੀਆਂ। ਉਹ ਨੌਕਰ ਲੈ ਚਲਾ ਗਿਆ, ਉੱਥੋਂ ਫੋਨ ਆਇਆ ਵੀ ਤੁਹਾਡੇ ਬਾਪੂ ਦੇ ਸੱਟ ਹੈ। ਫਿਰ ਕਹਿੰਦਾ ਕੋਈ ਨਹੀਂ, ਮੈਂ 4 ਗਾਹਕ ਨੇ, ਇਹਨਾਂ ਨੂੰ ਅਟੈਂਡ ਕਰਕੇ ਆਉਣਾ। ਕਰਦਿਆਂ ਕਰਾਉਂਦਿਆਂ ਵੀ ਉਹ ਜਦੋਂ ਚਲਾ ਗਿਆ, ਬਾਪੂ ਨੂੰ ਕਹਿੰਦੇ ਵੀ ਪਹਿਲੀ ਗੱਲ ਤੇ ਇੰਨੀ ਸੱਟ ਵੀ ਐਡਮਿਟ ਕਰਨਾ ਪਏਗਾ 2-4 ਦਿਨ। ਤੇ ਪੁੱਤਰ ਕਹਿੰਦਾ ਹੁਣ ਮੇਰੇ ਕੋਲ ਸਮਾਂ ਨਹੀਂ 2-4 ਦਿਨ ਵੀ ਇੱਥੇ ਮੈਂ ਆਵਾਂ ਜਾਂ ਮੈਂ ਇੱਥੇ ਰਵਾਂ। ਤੇ ਕਹਿੰਦੇ ਕੋਈ ਦਵਾਈ ਤੁਸੀਂ ਦੇ ਦਿਓ, ਕੋਈ ਨਹੀਂ, ਘਰੇ ਬਾਪੂ ਨੂੰ ਕਿਹੜਾ ਹੁਣ ਕੋਈ ਕੰਮ ਹੈ, ਘਰੇ ਕੋਈ ਜੇ
ਇੱਥੇ 2 ਦਿਨਾਂ 'ਚ ਠੀਕ ਹੋਵੇ, ਉਹਨੇ 10 ਦਿਨਾਂ 'ਚ ਠੀਕ ਹੋ ਜਾਏਗਾ, ਤੁਸੀਂ ਦਵਾਈ ਦਿਓ। ਤੇ ਉਹ ਡਾਕਟਰ ਤੇ ਉਹੀ ਨੌਕਰ ਜਿਹੜਾ ਬਾਪੂ ਨੂੰ ਅੱਜ ਲੈ ਕੇ ਆਇਆ, ਉਦੋਂ ਵੀ ਉਹੀ ਨੌਕਰ ਸੀ ਉਹਦੇ ਨਾਲ ਜਦੋਂ ਬੱਚੇ ਨੂੰ ਸੱਟ ਲੱਗੀ। ਫਿਰ ਉਹ ਡਾਕਟਰ ਦਾ ਅੰਦਰ ਉਹ ਨਾ ਉਹ ਚੱਲ ਸਕਿਆ, ਕਹਿੰਦਾ ਇੱਕ ਵਾਰੀ ਤੇਰਾ ਬਾਪ ਤੈਨੂੰ ਇੱਥੇ ਲੈ ਕੇ ਆਇਆ ਸੀ, ਮੈਨੂੰ ਯਾਦ ਹੈ। ਨੌਕਰ ਵੀ ਕਹਿੰਦਾ ਹਾਂ। ਕਹਿੰਦੇ ਤੇਰੇ ਬਾਪ ਦੀ ਜੋ ਹਾਲਤ ਸੀ ਨਾ ਜਦੋਂ ਤੈਨੂੰ ਸੱਟ ਲੱਗੀ, ਸਾਡੇ ਤੋਂ ਵੇਖੀ ਨਹੀਂ ਜਾਂਦੀ, ਤਾਂ ਅੱਜ ਤੇਰੇ ਬਾਪ ਨੂੰ ਸੱਟ ਲੱਗੀ ਤੂੰ ਪਰਵਾਹ ਹੀ ਕੋਈ ਨਹੀਂ ਕਰਦਾ ਵੀ ਐਡਮਿਟ ਦੀ ਲੋੜ ਨਹੀਂ ਹੈ, ਫਲਾਣਾ ਕੁਝ ਨਹੀਂ ਹੈ। ਭਾਵ ਕਿ ਅਸੀਂ ਬੱਚਿਆਂ ਤੇ ਬੜਾ ਪਿਆਰ ਮੋਹ ਐਟਮ ਕਰਦੇ ਆ, ਕੀ ਪਤਾ ਆਸਰਾ ਇਹਨਾਂ ਨੇ ਦੇਣਾ ਕਿ ਨਹੀਂ ਖੀਰ ਨੂੰ। ਉਹ ਕਹਿੰਦੇ ਸੀ ਭਰਾ ਬਾਬਾ ਹੁੰਦੀਆਂ ਨੇ ਤੇ ਪੁੱਤਰ ਲਾਠੀ ਹੁੰਦੇ ਨੇ। ਬੱਚੇ ਮਾਂ ਪਿਓ ਦੀ ਬਜ਼ੁਰਗੀ ਦੇ ਸਮੇਂ ਬਾਹਾਂ ਵੀ ਟੁੱਟ ਜਾਂਦੀਆਂ ਨੇ, ਗੁਰਮੁਖੋ ਲਾਠੀ ਵੀ ਸਾਥ ਕੋ ਨਹੀਂ ਜੇ ਦਿੰਦੀ। ਹੁਣ ਸਾਥ ਬਾਬੇ ਨਾਨਕ ਨਹੀਂ ਦੇਣਾ, ਹਾਲਾਤ ਠੀਕ ਨਹੀਂ ਹੈ। ਹੁਣ ਤੇ ਮਾਫ ਕਰਨਾ, ਪੰਜਾਬ ਦੀ ਧਰਤੀ ਤੋਂ ਮਾਂ ਪਿਓ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਮੋਢਿਆਂ 'ਤੇ ਚੁੱਕਣੀਆਂ ਪੈਂਦੀਆਂ, ਨਸ਼ੇ ਇੰਨੇ ਲੱਗ ਗਏ। ਆ 4-5 ਜਿਹੜੀਆਂ ਮੌਤਾਂ ਨੇ ਉਹ ਥੋੜ੍ਹੇ ਸਿਰ ਦੇ ਅੰਦਰ ਮੇਰੇ ਜਾਣਕਾਰੀ ਦੇ ਵਿੱਚ ਜਿਹੜੀਆਂ ਹਨ ਹੋਈਆਂ ਵੀ ਜਵਾਨ ਪੁੱਤ ਦੀ ਲਾਸ਼ ਮਾਂ ਪਿਓ ਨੂੰ ਬਜ਼ੁਰਗਾਂ ਨੂੰ ਮੋਢਿਆਂ 'ਤੇ ਚੁੱਕਣੀ ਪਈ। ਨਸ਼ੇ ਦੇ ਆਦੀ ਹੋ ਗਏ ਹਾਲਾਤ, ਇਹਨਾਂ ਤੋਂ ਅਸੀਂ ਆਸਰਾ ਭਾਲਦੇ ਹਾਂ, ਜਿਨ੍ਹਾਂ ਨੇ ਸਾਨੂੰ ਮੋਢੇ ਦੇਣੇ ਸੀ ਉਹ ਸਾਡੇ ਮੋਢਿਆਂ ਦਾ ਆਸਰਾ ਭਾਲਣ ਲੱਗ ਪਏ। ਮਹਾਰਾਜ ਕਹਿੰਦੇ ਆਸਰਾ ਰੱਬ ਦਾ, ਗੁਰੂ ਦਾ, ਕੀ ਪਤਾ ਕਿਹੜੇ ਆਸਰੇ ਕਿੰਨੇ ਕਿੱਥੇ ਸਾਥ ਛੱਡ ਦੇਣਾ। ਸਾਥ ਇਹ ਨਹੀਂ ਵੀ ਮਰਨ ਤੋਂ ਬਾਅਦ ਛੱਡ ਦੇ, ਜਿਉਂਦਿਆਂ ਵੀ। ਉਹ ਕਹਿੰਦੇ ਸਾਡੇ ਹੁਣ ਵੱਸ ਦੀ ਗੱਲ ਨਹੀਂ ਬਾਪੂ, ਅਸੀਂ ਤੇ ਆਪ ਕਮਾਹਾ ਖਾਂਦੇ ਆ। ਜਿਹੜਾ ਪੁੱਤਰ ਆਪਣਾ ਨਸ਼ਾ ਨਹੀਂ ਪੂਰਾ ਕਰਦਾ ਤਾਂ ਬਾਪੂ ਨੂੰ ਰੋਟੀ ਕਿੱਥੋਂ ਦੇਏਗਾ ਵੀ? ਇਹਦਾ ਆਪਦਾ ਢਿੱਡ ਨਹੀਂ ਭਰਦਾ, ਉਹ ਲੁੱਟਾਂ ਖੋਹਾਂ ਦੇ ਲੱਗਾ, ਤੇ ਪਿਓ ਨੂੰ ਕਿੱਥੋਂ ਸਾਂਭੇਗਾ, ਮਾਂ ਨੂੰ ਕਿੱਥੋਂ ਪ੍ਰਸ਼ਾਦਾ ਦੇਏਗਾ? ਮਹਾਰਾਜ ਕਹਿੰਦੇ ਉਹੀ ਕਿਰਪਾ ਕਰਦਾ ਹੈ। ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਅਸਲੀਅਤ ਨੂੰ ਸਮਝ ਬੰਦਿਆ, ਤੇਰਾ ਅਸਲੀ ਆਸਰਾ ਪ੍ਰਮਾਤਮਾ ਹੈ, ਗੁਰੂ ਹੈ। ਸ਼ਬਦ ਨਾਲ ਜੁੜ ਕੇ ਤੈਨੂੰ ਪਤਾ ਲੱਗਣਾ ਹੈ। ਵਿਸਰਾਮ ਦੇ ਕੇ ਮਹਾਰਾਜ ਕਹਿੰਦੇ ਹਨ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੇ ਪੀਰ। ਦੁਬਲੇ ਦਾ ਅਰਥ ਕਮਜ਼ੋਰ, ਇੰਨਾ ਕੋਈ ਕਮਜ਼ੋਰ ਹੋਵੇ, ਨੰਗ ਸਰੀਰ ਤੇ ਪਹਿਲਾਂ ਵੀ ਕੱਪੜਾ ਨਾ ਹੋਵੇ, ਭੁੱਖ ਕੀ ਪੀਰ, ਇੰਨਾ ਦਰਦ ਹੋਵੇ ਭੁੱਖਾ ਸੌਣਾ ਪਵੇ। ਹੈਗੇ ਨੇ ਬਹੁਤੇ ਇਹੋ ਜਿਹੇ ਪਰਿਵਾਰ ਗੁਰਮੁਖੋ ਜਿਨ੍ਹਾਂ ਕੋਲ ਪ੍ਰਸ਼ਾਦਾ ਹੀ ਨਹੀਂ ਹੈ, ਜਿਨ੍ਹਾਂ ਕੋਲ ਪਹਿਨਣ ਲਈ ਕੱਪੜਾ ਵੀ ਨਹੀਂ ਹੈ, ਤੇ ਅਸੀਂ ਸਭ ਕੁਝ ਹੋਣ ਦੇ ਬਾਵਜੂਦ ਵੀ ਰੱਬ ਤੇ ਗੁਰੂ ਨੂੰ ਉਹ ਲਾਭ ਨਹੀਂ ਦਿੱਤੇ ਜਦੋਂ ਅਸੀਂ ਦਿੱਤੇ ਹੈ। ਜੇ ਢਿੱਡ ਭਰਨ ਲਈ ਸਾਡੇ ਕੋਲ ਪ੍ਰਸ਼ਾਦਾ ਹੈ ਨਾ, ਤੇ ਪਹਿਨਣ ਲਈ ਕੱਪੜਾ, ਸੌਣ ਲਈ ਮਕਾਨ ਹੈ, ਤੇ ਸ਼ੁਕਰਾਨੇ 'ਚ ਹੀ ਸਮਾਂ ਬਤੀਤ ਕਰਨਾ ਚਾਹੀਦਾ ਹੈ। ਇਹ ਨਹੀਂ ਕੱਪੜੇ ਬਹੁਤੇ ਮਹਿੰਗੇ ਹੋਣ, ਬਹੁਤਾ ਵੱਡਾ ਘਰ ਹੋਵੇ, ਜਾਂ ਬਹੁਤਾ ਕੁਝ ਖਾਣ ਲਈ ਹੋਵੇ। ਜੇ ਖਾਣ ਲਈ ਮਿਲ ਰਿਹਾ ਤੇ ਸ਼ੁਕਰਾਨੇ 'ਚ ਜੀਵਨ ਬਤੀਤ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਕਿਸੇ ਦੇ ਕੋਲ ਇੰਨਾ ਦਰਦ ਹੋਵੇ, ਭੁੱਖ ਨੂੰ ਵਹਿ ਮਹਾਰਾਜ ਨੇ ਦੁੱਖ ਕਿਹਾ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਮਹਾਰਾਜ ਕਹਿੰਦੇ ਭਾਈ ਜੇ ਕੋਈ ਅੱਤ ਦਾ ਹੀ ਗਰੀਬ ਹੋਵੇ, ਨਿਰਬਲ ਦੁਬਲਾ ਹੋਵੇ, ਕੱਪੜਾ ਪਹਿਨਣ ਲਈ ਨਾ ਹੋਵੇ, ਉਹ ਭੁੱਖਾ ਕਈ ਵਾਰੀ ਸੌਣਾ ਪਵੇ, ਦਮੜਾ ਪੱਲੇ ਨਾ ਪਵੇ, ਇੱਕ ਵੀ ਦਮੜਾ ਉਹਦੇ ਪੱਲੇ ਨਾ ਹੋਵੇ ਜੀ, ਨਾ ਕੋ ਦੇਵੈ ਧੀਰ, ਨਾ ਕੋਈ ਧੀਰਜ ਦੇਣ ਵਾਲਾ ਹੋਵੇ। ਦਮੜਾ ਤੇ ਕਿਸੇ ਨੇ ਕੀ ਦੇਣਾ, ਧੀਰਜ ਦੇਣ ਵਾਲਾ ਹੀ ਨਹੀਂ ਹੋਵੇ ਵੀ ਕੋਈ ਨਹੀਂ ਭਾਈ ਰਾਤ ਕੱਢ, ਕੋਈ ਨਹੀਂ ਸਵੇਰੇ ਮਿਲੇਗਾ, ਇਹੋ ਜਿਹੀ ਗੱਲ ਕਰਨ ਵਾਲਾ ਵੀ ਕੋਈ ਨਾ ਹੋਵੇ। ਰੋਟੀ ਤੇ ਕਿਸੇ ਨੇ ਕੀ ਦੇਣੀ ਹੈ। ਐਸੋ ਗੁਰਮੁਖੋ ਜੇ ਕਰ ਸਕਦੇ ਹੋ ਨਾ, ਗਰੀਬ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਜਿਹਦੀ ਹਾਲਤ ਇਹੋ ਜਿਹੀ ਹੈ ਨਾ, ਉਹਦੀ ਅਸੀਸ ਸਾਨੂੰ ਮਿਲੇਗੀ। ਲੋੜਵੰਦ ਦੀ ਮਦਦ ਜ਼ਰੂਰ ਕਰੋ। ਜੇ ਕਿਸੇ ਤੇ ਇਹੋ ਜਿਹਾ ਸਮਾਂ ਹੈ ਨਾ, ਤੇ ਜੇ ਅਸੀਂ 4 ਪ੍ਰਸ਼ਾਦੇ ਛਕਦੇ, 2 ਉਸ ਗਰੀਬ ਨੂੰ ਦੇ ਦਿਓ, ਆਪ 2 ਛਕ ਕੇ ਗੁਜ਼ਾਰਾ ਕਰ ਦਿਓ। ਵੈਸੇ ਸਾਨੂੰ ਸਾਡੇ ਤੇ ਕਿਰਪਾ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਦਿਆਂਗੇ ਤਾਂ ਸਾਨੂੰ ਭੁੱਖੇ ਸੌਣਾ ਪਏਗਾ ਜਾਂ ਸਾਨੂੰ ਅੱਧਾ ਪ੍ਰਸ਼ਾਦਾ ਛਕਣਾ ਪਏਗਾ। ਅਸੀਂ ਫਿਰ ਵੀ ਰੱਜ ਕੇ ਛਕਾਂਗੇ ਜੇ ਕਿਸੇ ਦੀ ਅਸੀਂ ਮਦਦ ਕਰ ਦਿਆਂਗੇ ਤਾਂ ਸਾਨੂੰ ਜ਼ਰੂਰ ਇਹੋ ਜਿਹਾ ਦੀ ਮਦਦ। ਪਰ ਮਹਾਰਾਜ ਕਹਿੰਦੇ ਕਈ ਵਾਰੀ ਦਬੜਾ ਪੱਲੇ ਨਹੀਂ ਹੁੰਦਾ, ਨਾ ਕੋਈ ਧੀਰਜ ਦੇਣ ਵਾਲਾ, ਨਾ ਕੋਈ 2 ਪ੍ਰਸ਼ਾਦੇ ਦੇਣ ਵਾਲਾ ਹੋਵੇ। ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਕੋਈ ਮਨੁੱਖ ਆਪਣੀ ਸਵਾਰਥ ਦਾ ਤੇ ਗਰਜ ਪੂਰੀ ਨਾ ਕਰ ਸਕਦਾ ਹੋਵੇ, ਵੀ ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ ਉਹ ਕਾਰੀ। ਮੰਨ ਲਓ ਘਰੇ ਬਿਮਾਰ ਕੋਈ ਸਰੀਰ ਪਿਆ ਤੇ ਵਿਚਾਰਾ ਦਵਾਈ ਲੈਣ ਜੋਗਾ ਨਾ ਹੋਵੇ, ਇਹ ਗਰਜ ਉਹਦੀ ਪੂਰੀ ਨਾ ਹੁੰਦੀ ਹੋਵੇ। ਬੱਚੇ ਭੁੱਖੇ ਹੋਣ ਤੇ ਉਹਦੇ ਕੋਲ ਅਨਾਜ ਹੀ ਛਕਾਉਣ ਨੂੰ ਨਾ ਹੋਵੇ। ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਮਹਾਰਾਜ ਕਹਿੰਦੇ ਨਾ ਹੀ ਕੋਈ ਉਹਦਾ ਕਾਰਜ ਸਿਰੇ ਚੜ੍ਹਦਾ ਹੋਵੇ। ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਆ, ਕਿਸੇ ਦੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ
ਵੀ ਉਹਨੂੰ ਭੁੱਖਾ ਸੌਣਾ ਪੈਂਦਾ ਹੈ, ਕੋਈ ਬਾਂਹ ਨਹੀਂ ਪਕੜਦਾ ਹੈ, ਕੋਈ ਕੰਮ ਧੰਦਾ ਨਹੀਂ ਲੱਭਦਾ। ਉਹ ਫਿਰ ਬੜਾ ਲੋਕਡਾਊਨ ਦੇ ਵਿੱਚ ਬਹੁਤ ਪਰਿਵਾਰ ਜਿਹੜੇ ਗਰੀਬ ਵੀ ਹੋਏ ਤੇ ਗਰੀਬਾਂ ਦੀ ਹਾਲਤ ਵੀ ਬੜੀ ਬੁਰੀ ਹੋਈ। ਉਹ ਵਿਚਾਰੇ ਖੋ ਕੇ ਪ੍ਰਸ਼ਾਦਾ ਖਾਣ ਵਾਲੀ ਗੱਲ ਬਣੀ ਹੈ ਵੀ ਉਹ ਬੜੀ ਬੁਰਾ ਵਕਤ ਵੇਖਿਆ ਕਈਆਂ ਨੇ ਲੋਕਡਾਊਨ ਦੇ ਅੰਦਰ। ਤੇ ਮਹਾਰਾਜ ਕਹਿੰਦੇ ਇਹੋ ਜਿਹੀ ਕਿਸੇ ਦੀ ਹਾਲਤ ਹੋ ਜਾਏ, ਉਸ ਪਾਰ ਬ੍ਰਹਮ ਹਾਂ ਜੇ ਕਿਤੇ ਉਹਨੂੰ ਪਾਰ ਬ੍ਰਹਮ ਚੇਤੇ ਆ ਜਾਵੇ ਤਾਂ ਨਿਹਚਲ ਹੋਵੇ ਰਾਜ। ਮਹਾਰਾਜ ਕਹਿੰਦੇ ਵਾਹਿਗੁਰੂ ਪ੍ਰਸੰਨ ਹੋ ਜਾਏ ਤੇ ਨੇਚਲ ਰਾਜ ਬਖਸ਼ ਦਿੰਦਾ ਉਹਨੂੰ। ਜਿਹਨੂੰ ਕੋਈ ਨਹੀਂ ਨਾ ਪੁੱਛਦਾ, ਪੱਲੇ ਰੁਪਈਆ ਨਹੀਂ ਹੈ, ਉਹਨੂੰ ਅਟੱਲ ਰਾਜ ਦੇ ਦਿੰਦਾ। ਇੱਕ ਰਾਜ ਹੁੰਦਾ ਬਾਹਰੀ ਤੌਰ ਤੇ ਵੀ, ਇੱਕ ਇਹ ਕੰਗਾਲ ਨੂੰ ਅਮੀਰ ਕਰ ਦਿੰਦਾ। ਇੱਕ ਰਾਜ ਹੁੰਦਾ ਸੁਰਤ ਦਾ ਵੀ ਉਹਨੂੰ ਉਹਨੇ ਕਿਰਤ ਦੇ ਦੇਣੀ, ਉਹਨੇ ਅੰਦਰ ਸੰਤੋਖ ਦੇ ਦੇਣਾ, ਉਹ ਵੀ ਰਾਜ ਭੋਗਦਾ ਹੈ। ਜੇ ਕਿਤੇ ਇਹੋ ਜਿਹੇ ਸਮੇਂ 'ਚ ਰੱਬ ਚੇਤੇ ਆ ਜਾਏ ਤੇ ਕਹਿੰਦੇ ਵੀ ਉਹ ਇਹੋ ਜਿਹੇ ਲੋੜਵੰਦ ਨੂੰ ਨਿਚਲ ਰਾਜ ਦੇ ਦਿੰਦਾ। ਭਿਖਾਰੀ ਤੇ ਰਾਜ ਕਰਾਵੇ, ਖਿੰਨ ਮੈਂ ਰਾਉ ਰੰਗ ਕੋ ਕਰੇ, ਰਾਉ ਰੰਗ ਕਰ ਡਾਰੇ। ਖਿੰਨ 'ਚ ਉਹ ਕੰਗਾਲ ਨੂੰ ਅਮੀਰ ਕਰ ਸਕਦਾ ਹੈ, ਉਹਦੇ 'ਚ ਬਖਸ਼ਿਸ਼ ਹੈ। ਮਹਾਰਾਜ ਕਹਿੰਦੇ ਉਹਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ, ਅਟੱਲ ਰਾਜ ਉਹ ਹੀ ਬਖਸ਼ਦਾ ਹੈ। ਚਿੰਤਾ ਬਹੁਤ ਬਹੁਤ ਮਹਾਰਾਜ ਕਹਿੰਦੇ ਜਿਹਨੂੰ ਬਹੁਤ ਬਹੁਤ ਚਿੰਤਾ ਹੋਵੇ, ਦੇਹੀ ਵਿਆਪੈ ਰੋਗ, ਔਰ ਦੇਹੀ ਨੂੰ ਰੋਗ ਲੱਗ ਜੇ। ਕਈ ਵਾਰੀ ਐਸਾ ਹੁੰਦਾ ਹੈ ਚਿੰਤਾ ਹੀ ਹੈ, ਕਿਸੇ ਦੇ ਘਰੇ ਪ੍ਰਸ਼ਾਦਾ ਛਕਣ ਲਈ ਨਹੀਂ ਹੈ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪ੍ਰਬੰਧਾ। ਉਹ ਵਿਚਾਰਾ ਭਟਕਣਾ ਦੇ ਵਿੱਚ ਪਿਆ ਰਹਿੰਦਾ, ਕਿਧਰੋਂ ਮਿਲੇਗੀ ਕਿਧਰੋਂ ਮਿਲੇਗੀ। ਮਹਾਰਾਜ ਕਹਿੰਦੇ ਕਿਸੇ ਦੇ ਅੰਦਰ ਬਹੁਤ ਚਿੰਤਾ ਹੋਵੇ ਤੇ ਮਹਾਰਾਜ ਕਹਿੰਦੇ ਦੇਹੀ ਨੂੰ ਵੀ ਰੋਗ ਲੱਗਿਆ ਹੋਵੇ, ਕੁਟੰਬ ਪਲੇਟਿਆ, ਉਹ ਗ੍ਰਸਤ ਦੇ ਅੰਦਰ ਕੁਟੰਬ 'ਚ ਪਲੇਟਿਆ ਹੋਵੇ, ਵੀ ਗ੍ਰਸਤ ਨੂੰ ਪਾਲ ਰਿਹਾ ਹੋਵੇ, ਰਿਸ਼ਤੇਦਾਰੀਆਂ ਨਿਭਾ ਰਿਹਾ ਹੋਵੇ, ਕਦੇ ਹਰਖ ਕਦੇ ਸੋਗ, ਜੀਵਨ 'ਚ ਕਦੇ ਖੁਸ਼ੀ ਤੇ ਕਦੀ ਗਮ ਬਣਿਆ ਰਵੇ। ਜਿਹੜੇ ਇਹ ਗ੍ਰਸਤੀ ਹੈ ਨਾ, ਸਾਡਾ ਜੀਵਨ ਇਸ ਤਰ੍ਹਾਂ ਹੀ ਲੱਗਦਾ। ਹੁਣ ਇਹ ਖੁਸ਼ ਹੈ ਵੀ ਪਰਿਵਾਰ ਠੀਕ ਠਾਕ ਹੈ, ਹੁਣ ਕਿਉਂਕਿ ਸਾਡਾ ਇੱਕ ਪਰਿਵਾਰ ਨਹੀਂ ਫਿਰ ਰਹਿੰਦਾ। ਸਾਡੇ ਕਿ ਮੰਨ ਲਓ ਵੀ ਮੇਰੀ ਬੱਚੀ ਹੈ, ਉਹ ਕਿਸੇ ਪਰਿਵਾਰ 'ਚ ਵਿਆਹੀ ਜਾਂਦੀ ਹੈ ਤੇ ਉਹ ਵੀ ਪਰਿਵਾਰ ਮੇਰਾ ਬਣ ਜਾਂਦਾ ਹੈ। ਉਹ ਬੱਚੀ ਨਾਲ ਕੋਈ ਘਟਨਾ ਵਾਪਰਦੀ ਹੈ, ਉਹਦੇ ਪਰਿਵਾਰ ਨਾਲ ਕੋਈ ਵਾਪਰਦੀ, ਉਹ ਵੀ ਸਾਨੂੰ ਚਿੰਤਾ ਦਿੰਦੀ ਹੈ। ਮਹਾਰਾਜ ਕਹਿੰਦੇ ਵੀ ਕਦੇ ਆਪਣਾ ਪਰਿਵਾਰ ਠੀਕ ਹੈ ਜਿੱਥੇ ਬੈਠੇ, ਫੋਨ ਆ ਜਾਂਦਾ ਵੀ ਆਹ ਭਾੜਾ ਵਾਪਰ ਗਿਆ, ਨਾਲ ਦੀ ਨਾਲ ਚਿੰਤਾ। ਉੱਥੇ ਬੈਠਾ ਰੋਣ ਲੱਗ ਪੈਂਦਾ ਫੋਨ ਛੱਡ ਕੇ। ਫੋਨ ਆ ਗਿਆ ਭਾਈ ਫਲਾਣੇ ਘਰੇ ਜਨਮ ਵਧਾਈ ਹੋਵੇ ਵੀ ਬੱਚੇ ਦਾ ਜਨਮ ਹੋ ਗਿਆ, ਹੱਸ ਪੈਂਦਾ ਮਨੁੱਖ। ਸਾਡਾ ਜੀਵਨ ਗ੍ਰਸਤੀ ਬੰਦੇ ਦਾ ਜੀਵਨ ਐ ਹੀ ਲੱਗਦਾ। ਕੁਝ ਮਿਲ ਗਿਆ ਤੇ ਖਿੜਖੜਾ ਕੇ ਹੱਸ ਪਿਆ, ਅਗਲੇ ਪਲ ਫੋਨ ਆਇਆ ਤੇ ਉਹ ਹੁਣ ਬੰਦਾ ਨਾ ਰਾਗੀ ਸਿੰਘ ਹੈ। ਚਲੋ ਅਸੀਂ ਨਾ ਥੋੜਾ ਜਿਹਾ ਐਕਟਿੰਗ ਕਰਦੇ ਹਾਂ ਸਾਰੇ, ਮੇਰੇ ਗੱਲ ਮੈਂ ਆਪਦੀ ਗੱਲ ਵੀ ਕਰਦਾ। ਮੰਨ ਲਓ ਮੈਂ ਇੱਥੇ ਕਿਸੇ ਨੇ ਕਿਹਾ ਬਾਬਾ ਜੀ ਖੁਸ਼ੀ ਦਾ ਪ੍ਰੋਗਰਾਮ ਹੈ, ਕਥਾ ਕਰੋ, ਤੇ ਮੈਂ ਲੱਖ ਖੁਸ਼ੀਆਂ ਸ਼ਬਦ ਦੀ ਕਥਾ ਕਰ ਦੇਣੀ ਹੈ। ਮੈਂ ਪਰਿਵਾਰ ਨੂੰ ਵੀ ਕਹਾਂਗਾ ਭਾਈ ਵੀ ਵਧੀਆ ਵੀ ਤੁਹਾਨੂੰ ਖੁਸ਼ੀਆਂ ਦਿੱਤੀਆਂ, ਮੈਂ ਵੀ ਖੁਸ਼, ਤੁਸੀਂ ਵੀ ਖੁਸ਼। ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਦੂਸਰੀ ਥਾਂ ਤੇ ਪ੍ਰੋਗਰਾਮ, ਉੱਥੇ ਮੌਤ ਹੋਈ ਕਿਸੇ ਦੀ, ਮੈਂ ਉੱਥੇ ਵੀ ਕਥਾ ਕਰਨੀ, ਆਪ ਵੀ ਰਾਗ 'ਚ ਕਰਨੀ ਤੇ ਦੂਸਰਾ ਵੀ ਕਈ ਵਾਰੀ ਰੋਣ ਲੱਗ ਪੈਂਦਾ। ਇਹ ਸਾਡੀ ਕਿਤੇ ਨਾ ਕਿਤੇ ਅਸੀਂ ਨਕਲੀ ਜਿਹਾ ਜੀਵਨ ਜਿਉਣੇ ਆ। ਤੇ ਜੇ ਕਿਤੇ ਸਾਡੇ ਅੰਦਰ ਆ ਜੇ ਸੱਚ ਸਾਡੀ ਬਣ ਜੇ ਆਤਮਿਕ ਸਹਿਜ ਅਵਸਥਾ ਤੇ ਇੱਕ ਸ਼ਬਦ ਵੀ ਆਪਾਂ ਵਿਚਾਰ ਕੀਤੀ ਪਰਸੋਂ ਦੇ ਦੀਵਾਨਾਂ 'ਚ, ਉਹ ਅਵਸਥਾ ਹੋਵੇ ਫਿਰ ਨਾ ਖੁਸ਼ੀ ਤੇ ਨਾ ਗਮ ਜੀਵਨ 'ਚ ਰਹਿੰਦਾ। ਉਹ ਅਵਸਥਾ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜਾਣੀ। ਉਹਦੇ ਕੇਤਿਆ ਦੁੱਖ ਭੂਖ ਸਦ ਪਾਦੇ ਪਿਦਾਦ ਤੇਰੀ ਦਤਾਰ ਵਾਲੀ ਅਵਸਥਾ। ਇੱਕੋ ਜੇ ਰਹਿਣਾ, ਖੁਸ਼ੀ ਆਈ ਹੈ ਵੀ ਉਹਦੀ ਰਜ਼ਾ, ਕੁਝ ਇਹੋ ਜਿਹਾ ਪਹਾੜਾ ਵਾਪਰ ਗਿਆ ਵੀ ਉਹਦੀ ਰਜ਼ਾ। ਗੁਰੂ ਨਾਨਕ ਸਾਹਿਬ ਜੀ ਕੱਲ੍ਹ ਸ਼ਾਮ ਦੇ ਦੀਵਾਨਾਂ 'ਚ ਵੇਈ 'ਚ ਟੁੱਪੀ ਲਾਉਂਦੇ 3 ਦਿਨ ਨਿਕਲਦੇ ਨਹੀਂ, ਸਾਰਾ ਸੁਲਤਾਨਪੁਰ ਰੋਇਆ। ਬੇਬੇ ਨਾਨਕੀ ਦਾ ਇੱਕ ਵਿਸ਼ਵਾਸ ਸੀ, ਕਦੇ ਕਿਤੇ ਨਹੀਂ ਗਏ। ਆ ਗਏ ਮਹਾਰਾਜ, ਰੋ ਰਹੇ ਸਨ ਵੇਈ ਨਦੀ ਦੇ ਕੰਢੇ, ਤੇ ਮਹਾਰਾਜ ਨਿਕਲ ਆਏ 3 ਦਿਨਾਂ ਬਾਅਦ ਤੇ ਹੱਸਣ ਲੱਗ ਪਏ। ਸਾਰਿਆਂ ਨੇ ਬੜੀ ਖੁਸ਼ੀ ਮਨਾਈ। ਪਹਿਲਾਂ ਰੋਏ,
ਫਿਰ ਅਸੀਂ ਸਾਡਾ ਗ੍ਰਸਤੀ ਜੀਵਨ ਇਹੋ ਜਿਹਾ ਹੈ, ਕਦੇ ਖੁਸ਼ੀ, ਕਦੇ ਇੱਕ ਪਲ ਖੁਸ਼, ਇੱਕ ਪਲ ਗਮ। ਹੁਣੇ ਖੁਸ਼, ਫੋਨ ਆ ਗਿਆ, ਨਿਕਲੇ ਜੇਬ 'ਚ ਹੁੰਦੇ, ਟੈਨਸ਼ਨਾਂ ਚੁੱਕੀ ਫਿਰਦੇ ਆ, ਫੋਨ ਆ ਗਿਆ ਨਾਲ ਦੀ ਨਾਲ ਫਿਰ ਅੱਗੇ। ਤੇ ਚਲੋ ਬੜੀ ਦੇਰ ਬਾਅਦ ਪਤਾ ਲੱਗਦਾ ਹੈ ਵੀ ਆ ਇੱਥੇ ਘਟਨਾ ਵਾਪਰ ਗਈ, ਇੱਥੇ ਵਾਪਰ ਗਈ। ਹੁਣ ਤੇ ਬੜਾ ਹੋਰ ਹੁਣ ਤੇ ਵਿਦੇਸ਼ 'ਚ ਵੀ ਕਿਸੇ ਦੀ ਮੌਤ ਹੋ ਜਾਏ ਸਾਡੇ ਮੋਬਾਈਲ 'ਤੇ ਆ ਜਾਂਦਾ, ਫਲਾਣੇ ਦਾ ਐਕਸੀਡੈਂਟ ਹੋ ਗਿਆ ਜੀ, ਫਲਾਣੇ ਨਾਲ ਆਹ ਕੁਝ ਹੋ ਗਿਆ, ਫਲਾਣੇ। ਅਸੀਂ ਉਹਦੇ ਨਾਲ ਵੀ ਕਿਤੇ ਨਾ ਕਿਤੇ ਆਪਣੀ ਖੁਸ਼ੀ ਗਮੀ ਜੋੜ ਦਿੰਦੇ ਹਾਂ। ਮਹਾਰਾਜ ਕਹਿੰਦੇ ਹੈ ਵੀ ਗ੍ਰਸਤ ਕਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਸਾਡਾ ਜੀਵਨ ਇਸ ਤਰ੍ਹਾਂ ਲੰਘਦਾ ਹੈ। ਕੌਣ ਕਰੇ ਚਹੁ ਕਾ ਘੜੀ ਨਾ ਬੈਸਨ ਸੋਏ। ਮਹਾਰਾਜ ਕਹਿੰਦੇ ਉਹ 24 ਕੁੰਟਾ ਸਾਰੀ ਧਰਤੀ ਤੇ ਘੁੰਮਦਾ ਫਿਰੇ, ਘੜੀ ਵੀ ਕਿਤੇ ਨਾ ਬੈਠੇ ਟਿਕ ਕੇ। ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਹਾਂ, ਜੇ ਉਹਨੂੰ ਪਾਰ ਬ੍ਰਹਮ ਚੇਤੇ ਆਵੇ ਨਾ ਕਿਤੇ, ਉਹਦਾ ਤਨ ਤੇ ਮਨ ਸੀਤਲ। ਭਟਕਣ ਨਾਲ ਅਸੀਂ ਸੀਤਲ ਨਹੀਂ ਹੋਣਾ, ਜੇ ਰੱਬ ਚੇਤੇ ਆ ਗਿਆ ਤਨ ਮਨ ਸੀਤਲ ਹੋ ਜਾਂਦਾ ਹੈ। ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ। ਮਹਾਰਾਜ ਕਹਿੰਦੇ ਕਾਮ ਕ੍ਰੋਧ ਮੋਹ ਨੇ ਸਾਨੂੰ ਵਸ ਕਰ ਲਿਆ ਹੋਵੇ। ਕਿਰਪਨ ਦਾ ਹੁੰਦਾ ਕੰਜੂਸ, ਕੰਜੂਸ ਦਾ ਲੋਭ ਨਾਲ ਪਿਆਰ ਹੁੰਦਾ ਹੈ। ਕੰਜੂਸ ਲੋਭੀ ਵੀ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਵੀ ਸਾਨੂੰ ਵਿਕਾਰਾਂ ਨੇ ਜਕੜ ਲਿਆ ਹੋਵੇ, ਤੇ ਕਿਰਪਨ ਲੋਭ ਪਿਆਰ, ਲੋਭ ਨਾਲ ਸਾਡਾ ਪਿਆਰ ਹੋਵੇ, ਲੋਭੀ ਬਿਰਤੀ ਹੋਵੇ। ਚਾਰੇ ਹਿਲ ਵਿਖ ਉਨ ਅਗ ਕੀਏ ਹੋਆ ਅਸੁਰ ਸੰਘਾਰ। ਕਹਿੰਦੇ ਜੇ ਚਾਰੇ ਕਿਲ ਵੇਖ ਉਨ ਅਗ ਕੇ, ਚਾਰ ਵੱਡੇ ਪਾਪ ਬੰਦੇ ਨੇ। ਕਹਿੰਦੇ ਚਾਰੇ ਪਾਪ ਕੀਤੇ ਹੋਣ, ਹੋਆ ਅਸੁਰ ਸੰਘਾਰ। ਅਸੁਰ ਸੰਘਾਰ ਦਾ ਅਰਥ ਵੀ ਜਿਹਾ ਭੈੜਾ ਕਿ ਉਹਨੂੰ ਕੋਈ ਮਾਰ ਦੇਣਾ ਚਾਹੁੰਦਾ। ਕਈ ਵਾਰੀ ਬੰਦਾ ਇੰਨਾ ਭੈੜਾ ਹੁੰਦਾ ਵੀ ਲੋਕ ਕਹਿੰਦੇ ਇਹਨੂੰ ਮਾਰ ਦਿਓ, ਵੀ ਇਹ ਹਲਕਾ ਕੁੱਤਾ ਹੁੰਦਾ ਨਾ, ਹਲਕਾ ਕੁੱਤਾ, ਸਾਰੇ ਉਹਨੂੰ ਮਾਰਨਾ ਚਾਹੁੰਦੇ। ਕਿਉਂ ਮਾਰਨਾ ਚਾਹੁੰਦੇ ਆ? ਕਹਿੰਦੇ ਨੇ ਹੋਰ ਨੂੰ ਵੱਢ ਦੇਣਾ, ਹੋਰ ਨੂੰ ਹਲਕ ਹੋਵੇ ਉਸ ਤੋਂ ਪਹਿਲਾਂ ਹਲਕੇ ਨੂੰ ਮਾਰ ਦੇਣਾ ਚਾਹੀਦਾ। ਵੀ ਬੰਦੇ ਨੇ ਇੰਨੇ ਪਾਪ ਕੀਤੇ, ਉਹਨੂੰ ਲੋਕ ਕਹਿਣ ਵੀ ਇਹਨੂੰ ਮਾਰੋ। ਤੇ ਤਮਾ ਪਿੰਡ 'ਚ ਕਈ ਵਾਰੀ ਨਾ ਬੰਦਾ ਹੁੰਦਾ ਕਹਿੰਦੇ ਮਰੇਗਾ ਤੇ ਪਿੰਡ ਨੂੰ ਸੁੱਖ ਮਿਲਦਾ ਹੈ, ਇਹੋ ਜਿਹਾ ਹੁੰਦਾ ਨਾ। ਚਾਰ ਵੱਡੇ ਪਾਪ ਮੰਨੇ ਗਏ ਨੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਲਿਖ ਕੇ ਦਿੱਤਾ ਹੈ। ਮਹਾਰਾਜ ਕਹਿੰਦੇ ਕਿਸੇ ਨੇ ਬਹੁਤ ਵੱਡੇ ਪਾਪ ਕੀਤੇ ਹੋਣ, ਸਤਿਗੁਰਾਂ ਦੇ ਬਚਨ ਨੇ, ਬ੍ਰਹਮਣ ਕੈਲੀ ਘਾਤ ਕੰਚਕਾ ਅਨਚਾਰਿਕਾ ਧਾਨ। ਇਹ ਚਾਰ ਵੱਡੇ ਪਾਪ ਨੇ ਕਿਸੇ ਨੇ ਕੀਤੇ ਹੋਣ। ਬ੍ਰਹਮਣ ਦਾ ਕਤਲ ਕਰਨਾ, ਕਿਸੇ ਗਿਆਨੀ ਦਾ, ਸੰਤ ਨੂੰ ਬ੍ਰਹਮਣ ਦਾ, ਸੰਤ ਦਾ ਕਤਲ ਕਰਨਾ ਕਿੰਨਾ ਵੱਡਾ ਪਾਪ ਹੈ। ਵੀ ਕਿਸੇ ਨੂੰ ਬੰਦਗੀ ਕਰਨ ਵਾਲੇ ਨੂੰ ਮਾਰ ਦੇਣਾ, ਸੱਚ ਬੋਲਣ ਵਾਲੇ ਨੂੰ ਖਤਮ ਕਰ ਦੇਣਾ। ਦੂਸਰਾ ਕੈਲੀ ਦਾ ਹੁੰਦਾ ਗਾਂ, ਕਹਿੰਦੇ ਗਊ ਮਾਰਨਾ ਵੀ ਪਾਪ ਹੈ। ਕੰਚਕਾ ਲੜਕੀ ਨੂੰ ਕਹਿੰਦੇ, ਧੀ ਨੂੰ ਕਹਿੰਦੇ ਧੀ ਦਾ ਕਤਲ ਕਰਨਾ ਵੀ ਪਾਪ ਹੈ। ਇਹਦੇ ਦੋ ਲਿਖੇ, ਇੱਕ ਧੀ ਨੂੰ ਮਾਰ ਦੇਣਾ, ਕੁੱਖ 'ਚ ਮਾਰ ਦੋ, ਜਾਂ ਜਨਮ ਲੈਂਦਿਆਂ ਤੋਂ ਬਾਅਦ ਮਾਰ ਦਿੰਦੇ ਹਨ, ਜਾਂ ਧੀ ਦਾ ਪੈਸਾ ਖਾਣਾ, ਉਹ ਵੀ ਮਾਰਨ ਜਿੰਨਾ ਹੀ ਪਾਪ ਹੈ। ਧੀ ਦਾ ਪੈਸਾ ਖਾ ਲੈਣਾ। ਅਨਚਾਰੀ ਕਾ ਧਨ, ਭੈੜੇ ਬੰਦੇ ਦਾ ਧਨ ਖਾਣਾ ਵੀ ਪਾਪ ਹੈ। ਮਹਾਰਾਜ ਕਹਿੰਦੇ ਚਾਰ ਵੱਡੇ ਪਾਪ ਕਿਸੇ ਨੇ ਕੀਤੇ ਹੋਣ ਤੇ ਉਹਨੂੰ ਲੋਕ ਮਾਰਨ ਲਈ ਤਿਆਰ ਹੋਣ, ਵੀ ਇਹੋ ਜਿਹੇ ਬੰਦੇ ਦੀ ਹੱਤਿਆ ਕਰ ਦੇਣੀ ਚਾਹੀਦੀ ਹੈ। ਉਥੇ ਕੀਟ ਕਵਿਤ ਕਿਛ ਕਦੇ ਨਾ ਕਰਨ ਧਰਿਆ। ਕਹਿੰਦੇ ਕਦੇ ਉਹਨੇ ਪੋਥੀ ਨਾ ਪੜ੍ਹੀ ਹੋਵੇ, ਕੋਈ ਗੀਤ ਕਵਿਤਾ ਨਾ ਪੜ੍ਹੀ ਸੁਣੀ ਹੋਵੇ, ਕਦੇ ਕੰਨਾਂ ਤੇ ਨਾ ਧਰੀ ਹੋਵੇ, ਭਾਵ ਕਿ ਨਾ ਉਹਨੇ ਕੋਈ ਗੁਰਬਾਣੀ ਸੁਣੀ ਹੋਵੇ, ਨਾ ਉਹਨੇ ਕੋਈ ਧਾਰਮਿਕ ਗ੍ਰੰਥ ਸੁਣਿਆ ਪੜ੍ਹਿਆ ਹੋਵੇ, ਨਾ ਕਵਿਤਾ, ਨਾ ਕੋਈ ਗੀਤ, ਕਦੇ ਕੰਨ 'ਚ ਕੁਝ ਚੰਗੀ ਗੱਲ ਨਾ ਪੈਣ ਦਿੱਤੀ ਹੋਵੇ। ਚਿਤ ਆਵੈ ਉਸ ਪਾਰ ਬ੍ਰਹਮ ਦਾ ਨਿਮਖ ਸਿਮਰਤ ਤਰਿਆ। ਕਹਿੰਦੇ ਇਹੋ ਜਿਹਾ ਬੰਦਾ ਵੀ ਕਿਤੇ ਪਾਰ ਬ੍ਰਹਮ ਉਹਦੇ ਚੇਤੇ ਆ ਜਾਏ ਨਾ, ਕਿਤੇ ਗੱਲ ਬਣ ਜੇ ਵੀ ਉਹਨੇ ਰੱਬ ਨੂੰ ਚੇਤੇ ਕਰਨ ਲੱਗ ਪਏ। ਕਹਿੰਦੇ ਨਿਮਖ ਸਿਮਰਤ ਤਰਿਆ। ਕਹਿੰਦੇ ਨਿਮਖ ਸਮੇਂ ਵਾਸਤੇ ਵੀ ਉਹ ਕਿਤੇ ਅੰਦਰੋਂ ਜੁੜਦੇ ਨਾ, ਉਹ ਵੀ ਤਰ ਜਾਂਦਾ ਹੈ। ਪਤ ਪਵਿੱਤ ਭੈ ਰਾਮ ਨਾਮ। ਕਹਿੰਦੀ ਬੁਰਾ ਬੰਦਾ, ਪਾਪੀ ਬੰਦਾ, ਜਿਹਨੇ ਚਾਰ ਤਰ੍ਹਾਂ ਦੇ ਕਤਲ ਕੀਤੇ ਹੋਣ, ਲੋਕ ਮਾਰਨਾ ਚਾਹੁੰਦੇ ਹੋਣ, ਕਹਿੰਦੇ ਕਿਤੇ ਉਹਦੀ ਵੀ ਸੁਰਤ 'ਚ ਰੱਬ ਆ ਜਾਏ ਤਾਂ ਉਹਨੂੰ ਵੀ ਉਹਦਾ ਵੀ ਪਾਰ ਉਤਾਰਾ ਕਰ ਦਿੰਦਾ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ, ਰੋਤਾ ਮਹਾਂਪੁਰਖ ਅਚਾਨ ਚੱਕ, ਗਣਕਾ ਵਾੜੇ ਆਏ ਖਲੋਤਾ। ਉਹਨੇ ਫਿਰ ਉਹ ਸਾਰੀ ਜਿਹੜੀ ਭਾਈ ਗੁਰਦਾਸ ਜੀ ਦੀ ਵਾਰ ਦੀ ਪੌੜੀ ਹੈ,
ਹੱਥੋਂ ਦਿੱਤੋ ਸੋ ਤੋਤਾ, ਉਹ ਤੋਤਾ ਦੇ ਕੇ ਵੇਸਵਾ ਨੂੰ ਕਹਿੰਦਾ ਨੂੰ ਰਾਮ ਰਾਮ ਸਿਖਾ ਦੇ, ਤੇ ਉਹ ਵੇਸਵਾ ਵੀ ਤਰ ਜਾਂਦੀ। ਇੱਕ ਗਣਕਾ ਪਾਪੜ, ਅਨੇਕਾਂ ਚਲੋ ਘਟਨਾਵਾਂ ਹੈਗੀਆਂ ਨੇ ਇਤਿਹਾਸ ਦੇ ਅੰਦਰੋਂ ਸਾਨੂੰ ਮਿਲਦੀਆਂ। ਮਹਾਰਾਜ ਕਹਿੰਦੇ ਨੇ ਭਾਈ ਪਾਪੀ ਵੀ ਤਰ ਜਾਂਦਾ ਜੇ ਕਿਤੇ ਉਹਦੀ ਸੁਰਤ 'ਚ ਨਾਮ ਵਸ ਜਾਏ। ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਸ਼ਾਸਤਰ ਸਿਮਰਤ ਵੇਦ, ਕੋਈ ਮੁਖ ਤੋਂ ਮੁਖਾਗਰ ਵਿਚਰੇ, ਮੁਖ ਤੋਂ ਇਹਨਾਂ ਦੀ ਵਿਚਾਰ ਕਰ ਲੈ। ਮੁਖਾਗਰ ਵਿਚਰੇ ਦਾ ਅਰਥ ਹੈ ਵੀ ਕੋਈ ਕੰਠ ਕਰਕੇ ਇਹਨਾਂ ਦੀ ਵਿਚਾਰ ਸੁਣਾ ਸਕੇ। ਤਪੇ ਤਪੀਸਰ ਜੋਗੀਆ ਤੀਰਥ ਗਮਨ ਕਰੇ। ਤਪ ਕਰਨ ਵਾਲੇ ਤਪੀਸਰ ਜੋਗੀ, ਤੀਰਥਾਂ ਤੇ ਜਾ ਕੇ ਇਸ਼ਨਾਨ ਪਾਣੀ ਕਰਨ ਵਾਲੇ। ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਰੀ। ਧਾਰਮਿਕ ਛੇ ਕਰਮ ਇਹਨਾਂ ਤੋਂ ਦੁੱਗਣੇ ਪੂਜਾ ਕਰਨ, ਉਹ ਜਾ ਕੇ ਨਹਾਉਂਦੇ ਫਿਰਨ ਤੀਰਥਾਂ ਦੇ ਉੱਪਰ। ਰੰਗ ਨ ਲਗੇ ਪਾਰ ਬ੍ਰਹਮ ਤਾ ਸਰ ਪਰ ਨਰਕੇ ਮਹਾਰਾਜ ਕਹਿੰਦੇ ਜਾਏ। ਇਸ ਤਰ੍ਹਾਂ ਕਰਮ ਕੰਡ ਕੀਤਿਆਂ ਨਾ ਪਾਰ ਬ੍ਰਹਮ ਦੇ ਨਾਮ ਦਾ ਰੰਗ ਨਹੀਂ ਚੜ੍ਹਦਾ ਅੰਦਰ, ਤੇ ਸਰ ਪਰ ਨਰਕ, ਸਰ ਪਰ ਦਾ ਜ਼ਰੂਰ ਉਹ ਨਰਕਾਂ 'ਚ ਪੈਣਗੇ। ਜਿਹੜੇ ਵਿਖਾਵੇ ਦੇ ਕਰਮ ਕਰਦੇ, ਮੈਂ ਇੱਥੇ ਵੀ ਜਾ ਆਇਆ ਜੀ, ਆਹ ਵੀ ਕਰਨਾ, ਸੱਚ ਤੇ ਹੈ ਨਹੀਂ ਜੀਵਨ 'ਚ। ਮਹਾਰਾਜ ਕਹਿੰਦੇ ਸਭ ਕੁਝ ਕਰਨ ਵਾਲੇ ਤਪੀ ਤਪੀਸਰ ਜੋਗੀ ਪੋਨੀ ਸੰਨਿਆਸੀ ਸ੍ਰੇਵੜੇ, ਇਹ ਸਾਰੇ ਵਿਖਾਵਾ ਕਰਨ ਵਾਲੇ ਖੀਰ ਨੂੰ ਨਰਕਾਂ 'ਚ ਪੈਂਦੇ ਹਨ। ਰਾਜ ਮਿਲਕ ਸਕਦਾਰੀਆ ਰਸ ਭੋਗਣ ਵਿਸਥਾ। ਕਹਿੰਦੇ ਕੋਈ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ, ਰਾਜ ਮਿਲਕ ਜ਼ਮੀਨ ਦੀ ਮਾਲਕ, ਜ਼ਮੀਨ ਦੇ ਮਾਲਕ ਨੂੰ ਕਹਿੰਦੇ। ਸਿਕਦਾਰੀਆਂ ਸਰਦਾਰ ਨੂੰ, ਸਰਦਾਰੀਆਂ ਭੋਗਣ, ਬਹੁਤ ਕੁਝ ਉਹਨਾਂ ਦੇ ਕੋਲ ਹੋਵੇ। ਬਾਗ ਸੁਹਾਵੇ ਸੋਹਣੇ 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 ਉਹਨਾਂ ਨੇ ਬਾਗ ਲਾਏ ਹੋਣ। ਚੱਲੈ ਹੁਕਮ ਅਪਾਰ। ਅਪਾਰਦਾਰ ਤੇ ਉਸ ਆਫਰੇ ਬੰਦੇ ਦਾ ਹੁਕਮ ਵੀ ਚੱਲਦਾ ਹੋਵੇ। ਰੰਗ ਤਮਾਸੇ ਬਹੁ ਵਿਦੇ। ਬਹੁਤ ਰੰਗ ਤਮਾਸ਼ੇ ਕਰਨ ਵਾਲਾ ਔਰ ਵੇਖਣ ਵਾਲਾ ਵੀ ਹੋਵੇ। ਚਾਏ ਲਗ ਰਹਿਆ ਇਹੋ ਜਿਹੇ ਚਾਚ ਜੁੜਿਆ ਰਹਿੰਦਾ ਹੈ। ਨਾ ਆਇਓ ਪਾਰ ਜੇ ਇਹੋ ਜਿਹੇ ਬੰਦੇ ਨੂੰ ਪਾਰ ਬ੍ਰਹਮ ਚਿੱਤ ਨਹੀਂ ਆਉਂਦਾ ਹੈ ਤਾ ਤਾਂ ਸਰਬ ਕੇ ਜੂਣ ਗਿਆ। ਮਹਾਰਾਜ ਕਹਿੰਦੇ ਸੱਪ ਦੀ ਜੂਨ 'ਚ ਸਭਲੋ ਚਲਾ ਗਿਆ। ਉਹ ਰਾਜਾ ਵੀ ਹੋਵੇ, ਮਨ ਮਰਜ਼ੀਆਂ ਕਰਦਾ ਹੋਵੇ, ਲੋਕ ਹੁਕਮ ਮੰਨਦੇ ਹੋਣ, ਹਾਥੀ ਘੋੜੇ ਹੋਣ। ਮਹਾਰਾਜ ਕਹਿੰਦੇ ਇਹੋ ਜਿਹੇ ਬੰਦੇ ਸੱਪ ਦੀ ਜੂਨ 'ਚ ਪੈਂਦੇ ਨੇ ਖੀਰ ਨੂੰ ਜੀ। ਬਹੁਤ ਤਨਾੜ ਆਚਾਰ ਬੰਦ। ਮਹਾਰਾਜ ਕਹਿੰਦੇ ਕੋਈ ਬਹੁਤ ਧਨਾੜ ਹੋਵੇ, ਆਚਾਰਵੰਦ ਵੀ, ਚੰਗੇ ਜੀਵਨ ਵਾਲਾ ਵੀ ਹੋਵੇ ਜੀ। ਸੋਭਾ ਨਿਰਮਲ ਰੇ ਉਹਦੀ ਨਿਰਮਲ ਸ਼ੋਭਾ ਵੀ ਹੁੰਦੀ, ਲੋਕ ਉਹਨੂੰ ਚੰਗਾ ਕਹਿੰਦੇ ਹੋਣ। ਮਾਤ ਪਿਤਾ ਸੁਤ ਭਾਈਆ ਮਾਂ ਪਿਓ ਭਰਾ ਪੁੱਤਰ ਸਾਜਨ ਸੰਗ ਪਰੀ। ਉਹਦੇ ਬਹੁਤ ਹੋਣ, ਸੱਜਣ ਮਿੱਤਰ ਹੋਣ, ਉਹਦੇ ਨਾਲ ਪਿਆਰ ਬੜਾ ਕਰਦੇ ਹੋਣ। ਲਸਕਰ ਤਰਕਸ ਬੰਦ ਬੰਦ। ਮਹਾਰਾਜ ਕਹਿੰਦੇ ਉਹਦੇ ਕੋਲ ਤਸਕਰ ਬੰਦ ਲਸ਼ਕਰ, ਇੰਨੀ ਫੌਜ ਹੋਵੇ ਤਸਕਰ ਬੰਦ ਜਿਹੜੀ ਹੈ। ਜਿਉ ਜਿਉ ਸਗਲੀ ਕੀ ਸਾਰੇ ਉਹਨੂੰ ਜੀ ਜੀ ਕਰਦੇ ਹੋਣ। ਚਿਤਨਾ ਆਇਓ ਪਾਰ। ਪਰ ਜੇ ਇਹੋ ਜਿਹੇ ਬੰਦੇ ਦੇ ਪਾਰ ਬ੍ਰਹਮ ਚਿੱਤ ਨਹੀਂ ਆਉਂਦਾ ਤਾਂ ਤਾਂ ਖੜ ਰਸਾਤਲ ਦੀ। ਮਹਾਰਾਜ ਕਹਿੰਦੇ ਉਹਨੂੰ ਫਿਰ ਜੜ ਮਰਦ ਦੇ ਗੇੜ 'ਚ ਧਕੇਲ ਦਿੱਤਾ ਜਾਂਦਾ ਹੈ। ਉਹ ਖਤਮ ਹੋ ਜਾਂਦਾ, ਉਹ ਰਾਖ ਹੋ ਜਾਂਦਾ ਹੈ। ਉਹ ਫਿਰ ਰੱਬ ਦੇ ਘਰੋਂ ਉਹਨੂੰ ਮਾਰ ਪੈਂਦੀ, ਉਹ ਜਮਾਂ ਦੇ ਵਸ ਪੈ ਜਾਂਦਾ, ਉਹਨੂੰ ਜਮਣ ਮਰਦ ਦੇ ਗੇੜ 'ਚ ਭੇਜ ਦਿੱਤਾ ਜਾਂਦਾ ਹੈ। ਕਾਇਆ ਰੋਗ ਨਾ ਸ਼ਿਦਰ ਕਿਛ। ਮਹਾਰਾਜ ਕਹਿੰਦੇ ਵੀ ਕਾਇਆ ਰੋਗ, ਕਾਇਆ ਸਰੀਰ, ਛਿਦਰ ਨੁਕਸ ਛੇਕ, ਵੀ ਕਾਇਆ ਰੋਗ ਨਾ ਛਿਦਰ ਕਿਸ, ਨਾ ਕਿਛ ਕਾੜਾ ਸੋਗ। ਨਾ ਕਾਇਆ ਨੂੰ ਕੋਈ ਰੋਗ ਲੱਗਾ ਹੋਵੇ, ਨਾ ਉਹਨੂੰ ਕੋਈ ਝੋਰਾ ਵਹਿਮ ਸਹਿਮ ਹੋਵੇ, ਕਾੜਾ ਸੋਗ ਵੀ ਚਿੰਤਾ ਨਾ ਹੋਵੇ, ਵੀ ਬੰਦਾ ਵਧੀਆ ਹੋਵੇ, ਵੀ ਸਰੀਰ ਵੀ ਤੰਦਰੁਸਤ ਹੋਵੇ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਫਿਕਰ ਚਿੰਤਾ ਵਹਿਮ ਸਹਿਮ ਨਾ ਹੋਵੇ ਜੀ। ਮਿਰਤ ਨ ਆਵੇ ਚਿਤ ਤਿਸ। ਉਹਨੂੰ ਕਦੇ ਮੌਤ ਵੀ ਚੇਤੇ ਨਾ ਆਈ ਹੋਵੇ। ਐਨਸ ਭੋਗੈ ਭੋਗ। ਦਿਨ ਰਾਤ ਉਹ ਆਪਣੀ ਮਸਤੀ 'ਚ ਭੋਗ ਭੋਗਦਾ ਹੋਵੇ। ਸਭ ਕਿਛ ਕਿਤੋ ਨ ਆਪਣਾ। ਸਾਰਿਆਂ ਨੂੰ ਆਪਣਾ ਬਣਾਈ ਬੈਠਾ ਹੋਵੇ। ਇਹ ਨਾ ਸੰਕ ਧਰਿਆ। ਉਹਨੇ ਜੀ 'ਚ ਕਦੇ ਵੀ ਸ਼ੰਕਾ ਨਾ ਧਾਰਨ ਭਾਵ ਕੇ ਪ੍ਰਵਾਹ ਨਾ ਕੀਤੀ ਹੋਵੇ ਕਿਸੇ ਦੀ। ਚਿਤ ਨਾ ਆਇਓ ਪਾਰ ਬ੍ਰਹਮ। ਮਹਾਰਾਜ ਕਹਿੰਦੇ ਜੇ ਪਾਰ ਬ੍ਰਹਮ ਚਿੱਤ ਨਹੀਂ ਆਏਗਾ ਤਾਂ ਜਮ ਕੰਕਰ ਬਸ ਪਰਿਆ। ਮਹਾਰਾਜ ਕਹਿੰਦੇ ਉਹ ਜਮਾਂ ਦੇ ਵਸ ਫਿਰ ਪੈਂਦਾ ਹੈ।
ਬਹੁਤ ਕਿੰਨਾ ਕੁਝ ਵੀ ਹੋਵੇ ਹਾਂ ਬੰਦੇ ਕੋਲ, ਜੇ ਰੱਬ ਨਹੀਂ ਚੇਤੇ, ਮਹਾਰਾਜ ਕਹਿੰਦੇ ਜਮ ਕੰਕਰ ਵਸ ਪਰਿਆ, ਜਮਾਂ ਦੇ ਮੂੰਹ 'ਚ ਪੈ ਜਾਂਦਾ, ਜਮਾਂ ਦੇ ਵਸ ਪੈ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹਾਂ ਪਾਰ ਬ੍ਰਹਮ ਵਾਹਿਗੁਰੂ ਕਿਸੇ ਦੀ ਕਿਰਪਾ ਕਰਦਾ ਏ, ਹੋਵੇ ਸਾਧੂ ਸੰਗ। ਉਹਨੂੰ ਕਿਤੇ ਗੁਰੂ ਦਾ ਸੰਗ ਹੋ ਜਾਏ। ਸਾਧੂ ਦਰ ਤੇ ਗੁਰੂ ਹੈ, ਸਾਧੂ ਦਰ ਤੇ ਸਾਧ ਸੰਗਤ ਵੀ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਕਿਤੇ ਕਿਰਪਾ ਕਰੇ ਤੇ ਸਾਧ ਸੰਗਤ ਹੋ ਜਾਏ। ਜਿਉਂ ਜਿਉਂ ਉਹ ਵਧਾਈ ਹੈ, ਜਿਵੇਂ ਜਿਵੇਂ ਉਹ ਪ੍ਰੇਮ ਵਧਾਏਗਾ, ਅਸੀਂ ਰੋਜ਼ ਆਉਣੇ, ਸਾਡਾ ਪ੍ਰੇਮ ਹੋਰ ਵੱਧਦਾ ਗੁਰੂ ਨਾਲ ਵੀ, ਰੱਬ ਨਾਲ ਵੀ। ਤਿਉਂ ਤਿਉਂ ਹਰ ਸਿਉ ਰੰਗ, ਤਿਉਂ ਤਿਉਂ ਨਾਮ ਦਾ ਹਰ ਦਾ ਰੰਗ ਫਿਰ ਚੜ੍ਹਦਾ ਜਾਂਦਾ ਹੈ। ਦੋਹਾਂ ਸਿਰਿਆਂ ਕਾ ਖਸਮ ਆਪ, ਜਨਮ ਤੋਂ ਲੈ ਕੇ ਮੌਤ ਤੱਕ ਸਾਡਾ ਖਸਮ ਉਹ ਆਪ ਹੀ ਹੈ। ਦੋ ਸਿਰੇ ਨੇ ਜੀਵਨ ਦੇ, ਜਨਮ ਤੇ ਮ੍ਰਿਤੂ, ਮੌਤ। ਮਹਾਰਾਜ ਕਹਿੰਦੇ ਮਾਲਕ ਦੇ ਹੱਥ ਹੈ, ਹੋਰ ਨਾ ਦੂਜਾ ਥਾਂ। ਹੋਰ ਕੋਈ ਜਗ੍ਹਾ ਨਹੀਂ ਜਿੱਥੇ ਆਪਣੇ ਜੀਵਨ ਦੇ ਰੋਣੇ ਪਿਟਣੇ ਅਸੀਂ ਜਾ ਕੇ ਰੋਈਏ। ਸਤਿਗੁਰ ਤੁਠੈ ਪਾਇਆ, ਹਾਂ ਸਤਿਗੁਰੂ ਤਰੁੱਠੇਗਾ ਤੇ ਬਖਸ਼ਿਸ਼ ਵਰਤਣੀ ਹੈ। ਨਾਨਕ ਸੱਚਾ ਨਾਮ, ਹਾਂ ਨਾਨਕ ਸੱਚਾ ਨਾਮ ਤੇ ਗੁਰੂ ਤਰੁੱਠੇਗਾ ਤੇ ਪ੍ਰਾਪਤ ਹੋਣਾ ਹੈ। ਸ੍ਰੀ ਰਾਗ ਮਹਲਾ ਪੰਜਵਾਂ, ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਣ ਬਾਤਾ, ਮਹਾਰਾਜ ਕਹਿੰਦੇ ਮੈਨੂੰ ਸਮਝ ਨਹੀਂ, ਮੈਂ ਕੋਈ ਗੱਲ ਬਾਤ ਨਹੀਂ ਜਾਣਦਾ ਜਿਹੜੀ ਤੈਨੂੰ ਚੰਗੀ ਲੱਗਦੀ। ਮੋਹ ਕੇ ਬੋਲਣ ਬੋਲੀਏ ਜੇ ਤੂੰ ਸੁਣ ਧਰੇ, ਮੈਂ ਬਹੁਤੀਆਂ ਗੱਲਾਂ ਕਰਨੀਆਂ ਨਹੀਂ ਜਾਣਦਾ ਵੀ ਜਿਹੜੀਆਂ ਤੈਨੂੰ ਚੰਗੀਆਂ ਲੱਗਦੀਆਂ ਹੋਣ। ਮਨ ਖੋਜ ਮਾਰਗ, ਹਾਂ ਹੇ ਮੇਰੇ ਮਨਾ ਤੂੰ ਸੱਚ ਦੇ ਰਸਤੇ ਨੂੰ ਲੱਭ, ਉਹਦੇ ਤੇ ਤੁਰ, ਇਹਦੇ 'ਚ ਤੈਨੂੰ ਪ੍ਰਸੰਨਤਾ ਮਿਲਣ ਵਾਲੀ ਹੈ। ਰਹਾਉ ਧਿਆਨੀ ਧਿਆਨ ਲਾਵੈ, ਮਹਾਰਾਜ ਕਹਿੰਦੇ ਸਮਾਧੀ ਲਾਉਣ ਵਾਲਾ ਭਾਈ ਸਮਾਧੀ ਲਾਉਂਦਾ ਹੈ। ਗਿਆਨੀ ਗਿਆਨ ਕਮਾਵੈ, ਜਿਹੜੇ ਗਿਆਨੀ ਲੋਕ ਨੇ ਉਹ ਗਿਆਨ ਦੀ ਚਰਚਾ ਕਰਦੇ ਹਨ, ਰੱਬ ਕਿ ਨਹੀਂ ਜਾਤਾ, ਪਰ ਰੱਬ ਕਿਸੇ ਵਿਰਲੇ ਨਹੀਂ ਜਾਂਦੇ ਆ, ਰੱਬ ਨੂੰ ਕਿਸੇ ਨੂੰ ਵਿਰਲੇ ਨਹੀਂ ਜਾਂਦੇ ਆ। ਗਿਆਨੀ ਧਿਆਨ ਲਾ ਕੇ ਬੈਠੇ, ਗਿਆਨੀ ਗਿਆਨ ਦੀਆਂ ਗੱਲਾਂ ਤੇ ਬੜੀਆਂ ਕਰਦੇ ਨੇ, ਪਰ ਰੱਬ ਨਾਲ ਪੂਰਨ ਤੌਰ ਤੇ ਕੋਈ ਵਿਰਲਾ ਹੀ ਜੁੜਿਆ ਹੈ। ਭਗਉਤੀ ਰਹਿਤ ਜੁਗਤਾ, ਜਿਹੜੇ ਵੈਸ਼ਨੂ ਭਗਤ ਨੇ ਨਾ ਉਹ ਵਰਤ ਤੁਲਸੀ ਮਾਲਾ ਤੀਰਥ ਇਸ਼ਨਾਨ ਇਹਨਾਂ ਸਜਮਾਂ 'ਚ ਰਹਿੰਦੇ ਹਨ। ਜੋਗੀ ਕਹਿਤ ਮੁਕਤਾ, ਜੋਗੀ ਕਹਿੰਦੇ ਵੀ ਮੈਂ ਹੀ ਮੁਕਤ ਹਾਂ। ਤਪ ਸੇ ਤਪਹਿ ਰਾਤਾ, ਤਪ ਕਰਨ ਵਾਲਾ ਤਪ ਵਿੱਚ ਮਸਤ ਰਹਿੰਦਾ ਹੈ। ਮੋਨੀ ਮੂਨ ਧਾਰੀ, ਉਹ ਚੁੱਪ ਧਾਰੀ ਰੱਖਦਾ, ਉਹ ਕਹਿੰਦਾ ਵੀ ਰੱਬ ਮੈਨੂੰ ਹੀ ਮਿਲੇਗਾ। ਇਹੋ ਜਿਹੇ ਭੇਖੀ ਤੁਹਾਨੂੰ ਮਿਲ ਜਾਣਗੇ, ਉਹ ਕਹਿੰਦੇ ਵੀ ਮੈਂ ਨਹੀਂ ਬੋਲਦਾ ਰੱਬ ਤੇ ਮੈਨੂੰ ਮਿਲਣਾ। ਜੋਗੀ ਕਹਿੰਦੇ ਅਸੀਂ ਕੰਨ ਪੜਾਏ ਰੱਬ ਤੇ ਸਾਨੂੰ ਮਿਲਣਾ। ਉਹ ਸਾਰੇ ਦਾਅਵਾ ਕਰਦੇ ਨੇ ਵੀ ਰੱਬ ਦੇ ਨੇੜੇ ਅਸੀਂ ਹਾਂ। ਸੰਨਿਆਸੀ ਬ੍ਰਹਮਚਾਰੀ, ਸੰਨਿਆਸੀ ਸੰਨਿਆਸ ਵਿੱਚ ਬ੍ਰਹਮਚਾਰੀ ਉਹ ਬਣ ਕੇ ਰਹਿੰਦਾ ਹੈ। ਉਦਾਸੀ ਉਦਾਸ ਰਾਤਾ, ਜਿਹੜਾ ਉਦਾਸੀ ਭੇਖ ਦੇ ਵਿੱਚ ਮਸਤ ਰਹਿੰਦਾ ਹੈ। ਭਗਤ ਨਵੇਂ ਪ੍ਰਕਾਰ, 9 ਪ੍ਰਕਾਰ ਦੀ ਭਗਤੀ ਹੈ ਜੀ। ਉਹ ਹੈਗੀ ਹੈ ਸ਼ਰਵਣ, ਸੁਣਨਾ ਵੀ ਇੱਕ ਭਗਤੀ ਹੈ। ਆਪ ਜੀ ਸੁਣ ਰਹੇ ਹੋ ਨੇ, ਤੁਹਾਡੀ ਭਗਤੀ ਹੋ ਰਹੀ ਹੈ। ਮਹਾਰਾਜ ਕਹਿੰਦੇ ਸਿਮਰਨ ਇਹ ਵੀ ਭਗਤੀ ਹੈ। ਕੀਰਤਨ ਭਗਤੀ ਹੈ, ਵਾਹਿਗੁਰੂ ਵਾਹਿਗੁਰੂ ਜਪਦੇ ਹੋ ਭਗਤੀ ਹੈ। ਕੀਰਤਨ ਕਰਨਾ ਸੁਣਨਾ ਭਗਤੀ ਹੈ। ਤੇ ਮਹਾਰਾਜ ਕਹਿੰਦੇ ਚਰਨ ਸੇਵਾ ਇਹ ਵੀ ਭਗਤੀ ਹੈ। ਕਿਸੇ ਦੇ ਚਰਨਾਂ ਦੀ, ਗੁਰੂ ਰੱਬ ਦੇ ਚਰਨਾਂ ਦੀ ਸੇਵਾ ਕਰਨੀ। ਅਚਰਨ ਵੀ ਆਪਣੇ ਆਪ ਨੂੰ ਸੱਚ ਦੇ ਮਾਰਗ ਤੇ ਤੋਰਨਾ ਵੀ ਭਗਤੀ ਹੈ। ਮਹਾਰਾਜ ਕਹਿੰਦੇ ਬੰਧਨਾ ਕਰਨੀ, ਕਿਸੇ ਨੂੰ ਨਮਸਕਾਰ ਕਰਨੀ। ਬੰਧਨਾ ਹਰ ਬੰਧਨਾ ਗੁਣ ਗਾਵੂ ਗੋਪਾਲ ਰਾਏ। ਮਹਾਰਾਜ ਕਹਿੰਦੇ ਮੱਥਾ ਟੇਕਣਾ ਵੀ ਤੇ ਭਗਤੀ ਹੋਰ ਕੀ ਹੈ। ਇਹ ਵੀ ਇੱਕ ਭਗਤੀ ਦਾ ਅੰਸ਼ ਹੈ। ਅਰਦਾਸ ਕਰਨੀ ਵੀ ਇੱਕ ਭਗਤੀ ਹੈ। ਮੰਗਣਾ ਵੀ ਇੱਕ ਭਗਤੀ ਹੈ। ਪ੍ਰੇਮ ਨਾਲ ਹੀ ਮੰਗਿਆ ਜਾਂਦਾ ਨਾ। ਪ੍ਰੇਮ ਕੀ ਹੈ? ਭਗਤੀ ਹੈ। ਮਹਾਰਾਜ ਕਹਿੰਦੇ 9 ਪ੍ਰਕਾਰ ਦੀ ਭਾਈ ਭਗਤੀ ਹੁੰਦੀ ਹੈ ਜੀ। ਪੰਡਤ ਵੇਦ ਪੁਕਾਰਾ, ਪੰਡਤ ਉੱਚੀ ਵੇਦਾਂ ਨੂੰ ਪੁਕਾਰਦਾ ਪੜ ਕੇ। ਗ੍ਰਸਤ ਧਰਮਾਤਾ, ਜਿਹੜਾ ਗ੍ਰਸਤੀ ਬੰਦਾ ਗ੍ਰਸਤ ਧਰਮ 'ਚ ਹੀ ਮਸਤ ਰਹਿੰਦਾ, ਉਹਨੂੰ ਐ ਵੀ ਸਵੇਰੇ ਇਧਰੋਂ ਕੰਮ ਤੇ ਆਇਆ, ਉਧਰੋਂ ਇੱਧਰ ਹੀ ਭੱਜਾ ਫਿਰਦਾ ਹੈ। ਇੱਕ ਸ਼ਬਦੇ ਬਹੁ ਰੂਪ ਅਵਤੂ, ਮਹਾਰਾਜ ਕਹਿੰਦੇ ਅਨੇਕਾਂ ਐਸੇ ਹਨ ਜੋ ਅਲੱਖ ਪੁਕਾਰਦੇ ਨੇ। ਬਹੁਤ ਰੂਪੀਏ ਤੁਹਾਨੂੰ ਪਿੰਡਾਂ 'ਚੋਂ ਕੱਲ੍ਹ ਸ਼੍ਰੀ ਰਾਮ ਜੀ ਦਾ ਭੇਸ, ਅੱਜ ਸ਼੍ਰੀ ਕ੍ਰਿਸ਼ਨ ਜੀ ਦਾ ਬਣਾਉਂਦੇ ਨੇ। ਤੇ ਵੈਸੇ ਚਲੋ ਤੇ ਵੱਖਰੀ ਗੱਲ ਹੈ, ਉਹ ਆਪਣੇ ਸਰੀਰ ਦਾ ਭੇਸ। ਅਸੀਂ ਵੀ ਬਹਿਰੂਪੀਏ ਹੈ। ਸਾਡੇ ਕਈ ਰੂਪ ਨੇ, ਇੱਥੇ ਅਸੀਂ ਹੋਰ ਤਰ੍ਹਾਂ ਦੇ, ਉੱਥੇ ਅਸੀਂ ਹੋਰ ਤਰ੍ਹਾਂ ਦੇ, ਉੱਥੇ ਅਸੀਂ ਹੋਰ ਤਰ੍ਹਾਂ ਦੇ ਹੋ ਜਾਂਦੇ ਹਾਂ। ਬਹਿਰੂਪੀਆ ਤੇ ਹੈ ਬੰਦਾ। ਦਾਸ ਨੇ ਪਹਿਲਾਂ ਹੀ ਗੱਲ ਕੀਤੀ ਹੈ, ਖੁਸ਼ੀ ਵਾਲੇ ਘਰੋਂ ਮੱਥਾ ਟੇਕ ਕੇ ਮਰਗਾਂ ਦੇ ਚਲੇ ਜਾਓ, ਇੱਧਰ ਹੱਸ ਗੱਲਾਂ ਭੰਗੜਾ ਪਾ ਕੇ ਨੱਚ ਕੇ ਜਾਂਦਾ, ਉੱਥੇ ਜਾ ਕੇ ਰੋਣ ਲੱਗ ਪੈਂਦਾ। ਬਹਿਰੂਪੀਏ ਅਸੀਂ ਹੋਰ ਕੀ ਕਰਦੇ ਆ? ਬਹਿਰੂਪੀਆ ਆਹੀ ਤੇ ਕਰਦਾ ਹੈ।
ਵੀ ਸਵੇਰੇ ਮਰਗ ਤੇ ਗਿਆ, ਉੱਥੇ ਬਹਿ ਕੇ ਰੋਣ ਲੱਗ ਪਿਆ, ਤੇ ਰਾਤ ਨੂੰ ਸਾਰੀ ਰਾਤ ਭੰਗੜੇ ਡੀਜੇ ਤੇ ਭੰਗੜਾ ਪਾਉਂਦਾ ਰਿਹਾ, ਡੀਜੇ ਤੇ ਨੱਚਦਾ ਰਿਹਾ। ਬਹਿਰੂਪੀਏ ਹੀ ਹੋ ਰਹੇ ਕੀ ਹੈ। ਕਈ ਵਾਰੀ ਅੰਦਰੋਂ ਕੁਝ ਹੋਰ ਤੇ ਬਾਹਰੋਂ ਇਹ ਬਹਿਰੂਪੀਆ ਪਾਣੀ ਤੇ ਹੈ ਸਾਡਾ, ਵਿਖਾਵਾ ਹੀ ਤੇ ਹੈ ਮੇਰਾ, ਬਹਿਰੂਪੀਆ ਵਿਖਾਵਾ ਹੀ ਕਰਦਾ ਹੈ। ਮਹਾਰਾਜ ਕਹਿੰਦੇ ਉਹ ਇਹਦੇ 'ਚ ਮਸਤ ਰਹਿੰਦੇ ਹਨ। ਜਿਹੜਾ ਗ੍ਰਿਸ਼ਤੀ ਉਹ ਗ੍ਰਿਸ਼ਤ 'ਚ ਮਸਤ ਹੈ, ਵੀ ਬੱਚਿਆਂ ਨੂੰ ਰੋਟੀ ਖਵਾਓ, ਘਰੇ ਆ ਗਏ ਆਨੰਦ ਹੈ, ਬਸ ਕਮਾਈ ਕਰੋ ਤੇ ਆਪਦਾ ਘਰੇ ਸੌਵੋ, ਆਨੰਦ ਮਾਣੋ, ਸਵੇਰੇ ਫਿਰ ਕੰਮ ਤੇ ਜਾਓ। ਉਹ ਇਸ ਪਾਸੇ ਜੁੜਿਆ ਹੈ। ਕੱਪੜੇ ਕਉਤੇ ਜਗੋਤਾ। ਮਹਾਰਾਜ ਕਹਿੰਦੇ ਕਈ ਕੱਪੜੇ ਪਹਿਨ ਕੇ ਕਹਿੰਦੇ ਅਸੀਂ ਬੜੇ ਧਰਮੀ ਹੈ। ਉਹ ਨਾ ਚਲੋ ਮੈਂ ਆਪਣੀ ਗੱਲ ਕਰਾਂ ਵੀ ਅਸੀਂ ਚਿੱਟੇ ਰੰਗ ਦਾ ਹੀ ਕੱਪੜਾ ਪਾਉਣਾ ਹੈ, ਤੇ ਸਾਡਾ ਇੱਕ ਸਾਦਾ ਜਿਹਾ ਬਾਣਾ, ਤੇ ਸਾਨੂੰ ਬਾਣਾ ਪਾਉਣ ਦਾ ਵੀ ਮੇਰੇ ਵਰਗੇ ਨੂੰ ਘਰ ਹੋ ਜਾਂਦਾ, ਮੈਂ ਪਾਇਆ ਤੁਸੀਂ ਤੇ ਬਾਣਾ ਨਹੀਂ ਜੇ ਪਾਉਂਦੇ ਤੁਸੀਂ। ਦਾਸ ਨੇ ਕਈ ਵਾਰੀ ਬੇਨਤੀ ਕੀਤੀ ਇੱਥੇ ਪੈਂਟ ਸ਼ਰਟ ਵਾਲਾ ਕੋਈ ਸਰੀਰ ਪ੍ਰਸ਼ਾਦ ਤੇ ਹੀ ਬਹਾ ਦੇ, ਉਹਨਾਂ ਦੀ ਸ਼ਿਕਾਇਤ ਹੋ ਜਾਂਦੀ, ਕਹਿੰਦੇ ਜੀ ਉਹਨੇ ਕੁੜਤਾ ਪਜਾਮਾ ਨਹੀਂ ਪਾਇਆ। ਅਸੀਂ ਅੰਦਰ ਨਹੀਂ ਜੇ ਕਿਸੇ ਦਾ ਵੇਖਦੇ, ਅਸੀਂ ਕੱਪੜਿਆਂ ਨਾਲ ਅਸਲ ਦੇ ਵਿੱਚ ਜੁੜੇ ਹੋਏ ਹਾਂ। ਭਾਵਨਾ ਵੇਖੋ ਹਾਂ, ਕੀ ਪਤਾ ਕਿਹਦੀ ਜ਼ਿਆਦੀ ਹੈ। ਮੇਰੇ ਵਰਗਾ ਕੱਪੜਿਆਂ ਵਾਲਾ ਬਾਣੇ ਵਾਲਾ ਨਾ ਜੁੜਿਆ ਹੋਵੇ, ਹੋ ਸਕਦਾ ਉਹ ਜ਼ਿਆਦਾ ਕੋਈ ਗੁਣ ਕਿਸੇ 'ਚ ਹੋਰ 'ਚ ਚੰਗੇ ਹੋਣ, ਜਿਹਦੇ ਕੋਲ ਬਾਣਾ ਨਹੀਂ ਉਹ ਮੇਰੇ ਨਾਲੋਂ ਚੰਗਾ ਹੋਵੇ। ਅਸੀਂ ਬਾਣੇ ਵਾਲੇ ਨੂੰ ਸਤਿਕਾਰ ਦੇਣਾ, ਅਸੀਂ ਗੁਣਾਂ ਵਾਲੇ ਨੂੰ ਸਤਿਕਾਰ ਨਹੀਂ ਦੇਣਾ। ਇਹ ਕੁਦਰਤੀ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਕੁਦਰਤੀਆਂ, ਤੁਸੀਂ ਸੱਚਾ ਵਧੀਆ ਕੰਮ ਕਰੋਗੇ, ਤੁਹਾਡਾ ਸਾਥ ਨਹੀਂ ਦੇਣਾ, ਹੋਰ ਕੁਝ ਕਰ ਲਓ, 20 ਲੋਕ ਤੁਹਾਡੇ ਨਾਲ ਆਣ ਕੇ ਖੜ ਜਾਣਗੇ। ਇਹ ਕੁਦਰਤੀ ਇਹੋ ਜਿਹਾ ਹੈ। ਜਿੱਥੇ ਲੋੜ ਹੈ ਅਸੀਂ ਉੱਧਰ ਉਹਦੀ ਮਦਦ ਨਹੀਂ ਕਰਨੀ, ਜਿੱਥੇ ਬਹੁਤ ਕੁਝ ਅਸੀਂ ਉੱਧਰ ਜੋ ਕੁਝ ਮਰਜ਼ੀ ਦਿੱਤੀ ਜਾਓ। ਇਹ ਕੁਦਰਤੀ ਸਾਡੇ ਸੁਭਾਅ 'ਚ ਹੀ ਇਹੋ ਜਿਹਾ, ਪਤਾ ਨਹੀਂ ਕੀ ਹੈ। ਜਿਹੜਾ ਕੰਮ ਕਰਨ ਵਾਲਾ ਉਹਦਾ ਅਸੀਂ ਸਾਥ ਨਹੀਂ ਦੇਣਾ। ਇਹ ਕਰਨਾ ਚਾਹੀਦਾ ਜਿਹਦੇ ਤੋਂ ਸਰਦਾ ਹੀ, ਉਹ ਵੀਰਾਂ ਘੱਟ ਕੇ ਕਰਨਾ ਵੀ ਇਹ ਕੰਮ ਜਿਹੜਾ ਉਹ ਕਰਨਾ ਚਾਹੀਦਾ। ਉਹ ਸਾਡਾ ਸੁਭਾਅ ਇਹੋ ਜਿਹਾ ਬਣਿਆ ਹੈ। ਇੱਕ ਤੀਰਥ ਨਾਤਾ। ਇੱਕ ਤੀਰਥਾਂ ਤੇ ਨਹਾ ਕੇ ਕਹਿੰਦਾ ਮੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਹੈ। ਆਪਾਂ ਦੇ ਸਾਰੇ 68 ਤੀਰਥਾਂ ਦਾ ਇਸ਼ਨਾਨ ਹੋ ਗਏ। ਕਹਿੰਦੇ ਮੈਂ ਤੁਹਾਡੇ ਨਾਲੋਂ ਵੱਡਾ ਗਿਆਨੀ, ਤੁਸੀਂ ਫਲਾਣੇ ਥਾਂ ਤੇ ਗਏ ਹੋ, ਫਲਾਣੇ ਥਾਂ ਤੇ। ਮੈਂ ਬਹੁਤ ਵਾਰੀ, ਚਲੋ ਜਾਣ ਦਾ ਮੌਕਾ ਨਹੀਂ ਮਿਲਦਾ, ਕਈ ਵਾਰੀ ਮੈਂ ਲੱਤ ਦੀ ਪ੍ਰੋਬਲਮ ਕਰਕੇ ਕਿਤੇ ਬਹੁਤਾ ਜਾਂਦਾ ਵੀ ਨਹੀਂ ਹੈ, ਵੀ ਕਿਤੇ ਟ੍ਰੇਨ ਇਹੋ ਜਿਹਾ ਕੋਈ ਸਫ਼ਰ ਕਰਨਾ ਬੜਾ ਔਖਾ ਹੁੰਦਾ ਹੈ। ਤੇ ਕਈ ਵਾਰੀ ਕਹਿੰਦੇ ਬਾਬਾ ਜੀ ਇੱਥੋਂ ਦੇ ਇਸ਼ਨਾਨ ਕੀਤਾ, ਇੱਥੋਂ ਦੇ ਦਰਸ਼ਨ ਕੀਤੇ, ਇੱਥੋਂ ਦੇ ਦਰਸ਼ਨ ਕੀਤੇ। ਕਈ ਦਾ ਜੀ ਨਹੀਂ ਜਾਇਆ ਗਿਆ। ਕਹਿੰਦੇ ਜੀ ਆਪਾਂ ਤਾਂ ਇੰਨੀ ਵਾਰੀ ਜਾ ਆਏ ਆ। ਜਾਣਾ ਚੰਗੀ ਗੱਲ ਹੈ, ਜਾਓ, ਸਾਲ ਬਾਅਦ ਜਾਓ, ਜਿੱਥੇ ਮਰਜ਼ੀ ਧਾਰਮਿਕ, ਸਾਲ ਬਾਅਦ ਵੀ ਮਹੀਨੇ ਬਾਅਦ ਇੱਕ ਯਾਤਰਾ ਸਾਨੂੰ ਕਰਨੀ ਚਾਹੀਦੀ ਹੈ। ਕਰੋ, ਚੰਗੀ ਗੱਲ ਹੈ ਧਾਰਮਿਕ ਸਥਾਨ ਤੇ ਜਾਣਾ। ਜਾ ਕੇ ਹੰਕਾਰ ਨਾ ਆ ਜਾਏ ਵੀ ਅਸੀਂ ਤੇ ਇੰਨੇ ਥਾਂ ਤੇ ਆਏ, ਤੁਸੀਂ ਤੇ ਗਏ ਹੀ ਨਹੀਂ ਕਿਤੇ। ਉਹਦਾ ਜਿਹੜਾ ਨਹੀਂ ਗਿਆ ਗਿਆਨ ਜ਼ਿਆਦਾ ਹੋ ਸਕਦਾ ਉਹਦੇ ਕੋਲ। ਭਗਤ ਕਬੀਰ ਜੀ ਨੂੰ ਸਾਥੀ ਕਹਿੰਦੇ ਚਲੋ ਜੀ 68 ਤੀਰਥਾਂ ਦਾ ਇਸ਼ਨਾਨ। ਕਹਿੰਦੇ ਜੀ ਨਾ ਨਾ, ਗੁਜ਼ਾਰਾ ਚੱਲਦਾ, ਜੁੱਤੀਆਂ ਕੱਢਦਾ। ਉਹ ਭਗਤ ਕਬੀਰ ਖੱਡੀ ਬੁਣਦਾ ਵੀ ਔਖਾ ਕੰਮ ਹੈ। ਕਹਿੰਦੇ ਜੀ ਨਹੀਂ ਜੀ, ਫਿਰ ਤੁਸੀਂ ਆਪਣੇ ਆਪ ਨੂੰ ਧਰਤੀ ਦੇ ਤੀਰਥਾਂ ਤੇ ਜਾਂਦੇ ਨੇ। ਕਹਿੰਦੇ ਜੇ ਤੀਰਥਾਂ ਤੇ ਚਲਾ ਗਿਆ ਤੇ ਬੱਚੇ ਭੁੱਖੇ ਬੈਠੇ, ਤੇ ਮੇਰਾ ਤੀਰਥ ਤੇ ਜਾਣ ਦਾ ਫਿਰ ਲਾਭ ਕੀ ਹੋਇਆ। ਵੀ ਇਹਨਾਂ ਨੂੰ ਰੋਟੀ, ਇਹ ਬੱਚੇ ਘਰੇ ਭੁੱਖੇ ਬੈਠੇ, ਮੈਂ ਉੱਥੇ ਤੀਰਥ ਤੇ ਬੈਠਾ ਹੋਵਾਂ, ਤੇ ਫਿਰ ਗੱਲ ਤਾਂ ਨਹੀਂ ਨਾ ਬਣਦੀ। ਉਹ ਨਹੀਂ ਜੀ ਤੁਸੀਂ ਜਾਓ। ਭਗਤ ਜੀ ਕਹਿੰਦੇ ਐਂ ਕੰਮ ਕਰੋ। ਉਹਨਾਂ ਕੋਲ ਇੱਕ ਤੂੰਬੀ ਹੁੰਦੀ ਸੀ ਭਗਤ ਕਬੀਰ, ਇਹਨੂੰ ਲੌਕੀ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਹਿੰਦੇ ਸਾਡੀ ਤੂੰਬੀ ਲੈ ਜਾਓ, ਇਹਦਾ ਇਸ਼ਨਾਨ ਕਰਾ ਲਓ, ਅਸੀਂ ਸਮਝਾਂਗੇ ਅਸੀਂ ਚਲੇ ਗਏ। ਇੱਕ ਸਿੱਖਿਆ ਹੀ ਦੇਣੀ ਸੀ ਭਗਤ ਜੀ ਨੂੰ, ਚਲੇ ਗਏ। ਸਿਆਲਾਂ ਦੇ ਦਿਨਾਂ 'ਚ ਹੁਣ ਕਿਹੜਾ ਵੀ ਗਰਮੀਆਂ 'ਚ ਚੱਲੇ, ਤੇ ਗਰਮੀਆਂ 'ਚ 68 ਤੀਰਥਾਂ ਦੇ ਦਰਸ਼ਨ ਹੋ ਜਾਣੇ ਆ। ਕੀ ਪਤਾ ਸਾਲ ਲੱਗਾ, 2 ਲੱਗੇ, 3 ਲੱਗੇ, ਸਿਆਲ ਵੀ ਆਇਆ ਵਿੱਚ, ਗਰਮੀ ਵੀ ਆਈ। ਉਹ ਆਪਦੀ ਤੇ ਇੱਕ ਟੂਬੀ ਲਾਉਂਦੇ ਸੀ, ਤੇ ਤੂੰਬੀ ਦੀਆਂ 10 ਲਵਾ ਦਿੰਦੇ। ਤੂੰਬੀ ਨੂੰ ਵੱਡੀ ਠੰਡ ਲੱਗਦੀ, ਸਰੀਰ ਨੂੰ ਤੇ ਠੰਡ ਲੱਗਦੀ ਵੀ ਆਹ ਇੱਕ ਵਾਰੀ ਡੁੱਬਣਾ, ਤੂੰਬੀ ਨੂੰ 20 ਵਾਰੀ ਡੋਬ ਦੇਣਾ ਪਾਣੀ 'ਚ। ਜਦੋਂ ਵਾਪਸ ਆਏ ਤੇ ਕਾਫੀ ਸਾਲਾਂ ਬਾਅਦ ਭਗਤ ਜੀ ਨੂੰ, ਲਓ ਜੀ ਤੁਸੀਂ ਰਹਿ ਗਏ ਤੇ ਅਸੀਂ ਤੇ, ਸਾਡਾ ਤੇ ਜੀਵਨ ਸਫਲ ਹੋ ਗਿਆ ਵੀ, ਤੁਸੀਂ ਰਹਿ ਗਏ, ਤੁਸੀਂ ਕਿਤੇ ਚਲੇ ਜਾਂਦੇ ਤੁਹਾਡਾ ਵੀ ਜੀਵਨ। ਤੇ ਭਗਤ ਜੀ ਨੇ ਆਵਾਜ਼ ਮਾਰੀ ਲੋਈ, ਪ੍ਰਸ਼ਾਦਾ ਛਕਾਈਏ, ਤੀਰਥਾਂ ਤੋਂ ਆਏ ਨੇ ਗੁਰਮੁਖ ਪਿਆਰੇ। ਤੇ ਭਗਤ ਜੀ ਨਾਲ ਲੱਗ ਪਏ, ਸਾਨੂੰ ਸੇਵਾ ਕਰਨੀ ਚਾਹੀਦੀ, ਘਰੇ ਕੋਈ ਸਾਡਾ ਆਪ ਹੱਥੀਂ ਸੇਵਾ ਕਰਨੀ ਚਾਹੀਦੀ, ਕੋਈ ਸਰੀਰ ਆਉਂਦਾ ਹੈ। ਚਲੋ ਜੇ ਪਕਾ ਨਹੀਂ ਸਕਦੇ ਫਿਰ ਤਾਂ ਤੇ ਸਕਦੇ ਹੋ ਨਾ। ਕਈ ਵਾਰੀ ਪਕਾਉਣਾ ਨਹੀਂ ਸਾਨੂੰ ਰਸੋਈ 'ਚ ਆਉਂਦਾ, ਆਏ ਮਹਿਮਾਨਾਂ ਨੂੰ ਖਵਾ ਦਿਓ, ਲਿਆ ਕੇ ਰਸੋਈ ਤੋਂ ਉਹ ਬੈਡਰੂਮ ਤੱਕ ਦਾ ਹੀ ਸਫ਼ਰ ਤੈਅ ਕਰ ਲਈਏ, ਡਰਾਇੰਗ ਰੂਮ ਜਿੱਥੇ ਵੀ ਮਹਿਮਾਨ ਬੈਠੇ। ਕਹਿੰਦੇ ਉਹਨੂੰ ਵੈਬ ਪਕਾ। ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਆਏ ਨੂੰ ਛਕਾ ਦਿੰਦੇ ਹੋ, ਪੁੰਨ ਹੈ। ਆਏ ਨੂੰ ਬਣਾ ਕੇ ਛਕਾਉਂਦੇ ਹੋ, ਬਹੁਤ ਵੱਡਾ ਪੁੰਨ ਹੈ। ਇਹ ਵੀ ਇੱਕ ਭਗਤੀ ਹੈ। ਕਿਸੇ ਨੂੰ ਪਿਆਰ ਨਾਲ ਕੁਝ ਛਕਾਉਣਾ ਵੀ ਇੱਕ ਭਗਤੀ ਹੈ। ਕਿਸੇ ਦਿਨ ਆਪਾਂ ਗੱਲ ਕਰਾਂਗੇ ਭਗਤੀ ਅਸਲ ਵਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਚਲੋ ਇੱਥੇ 9 ਪ੍ਰਕਾਰ ਦੀ ਜਿਹੜੀ ਧਰਮਾਂ 'ਚ ਦੱਸੀ ਮਹਾਰਾਜ ਨੇ, ਉਸ ਤਰੀਕੇ ਨਾਲ ਗੱਲ ਕੀਤੀ ਹੈ।
ਭਗਤੀ 'ਚ ਕੀ ਕੁਝ ਆਉਂਦਾ, ਕਿਸੇ ਦਿਨ ਗੁਰੂ ਸਾਹਿਬ ਕਿਰਪਾ ਕਰਨ। ਆਪਾਂ ਸੇਵਾ ਕਿੰਨੇ ਪ੍ਰਕਾਰ ਦੀ ਆਪਾਂ ਕਿਸੇ ਦਿਨ ਇਹ ਗੱਲ ਕਰਾਂਗੇ ਜ਼ਰੂਰ, ਗੁਰੂ ਕਿਰਪਾ ਕਰਨ। ਜਿੱਦਣ ਕਿਤੇ ਵਿਸ਼ਾ ਆਇਆ ਸ਼ਬਦ ਦੇ ਵਿੱਚ ਆਪਾਂ ਇਸ ਪਾਸੇ ਸਾਹ ਜ਼ਰੂਰ ਪਾਵਾਂਗੇ। ਕਹਿੰਦੇ ਲੋਈ ਆ ਲੌਕੀ ਦੀ ਨਾ ਚਟਨੀ ਬਣਾਉਣੀ ਆ, ਤੂੰਬੀ ਦੀ ਚਟਨੀ ਬਣਾ ਲਈ, ਰਗੜਦੇ ਉਹਨੂੰ ਕੁੰਡੇ 'ਚ, ਫਿਰ ਰੱਖ ਦਿੱਤੀ ਥਾਲੇ 'ਚ। ਉਦੋਂ ਹੁਣ ਇੰਨੇ ਬਰਤਨ ਨਹੀਂ ਹੁੰਦੇ ਵੀ ਹੁਣ ਇੱਕ ਟੇਬਲ ਤੇ 20 ਤਰ੍ਹਾਂ ਦੀ ਡਿਸ਼ ਪਈ ਹੁੰਦੀ, ਤੇ ਉਦੋਂ ਇੱਕ ਥਾਲਾ ਹੁੰਦਾ ਸੀ, ਇੱਕ ਪਾਸੇ ਚਟਨੀ, ਇੱਕ ਪਾਸੇ ਚਲੋ ਚਾਰ ਨਹੀਂ ਹੁੰਦਾ, ਚਟਨੀ ਇੱਕ ਚੀਜ਼ ਹੁੰਦੀ ਜਾਂ ਚਾਰ ਤਾਂ ਚਟਨੀ, ਸਬਜ਼ੀ ਦੋ ਇੱਕ ਤਰ੍ਹਾਂ ਦੀ ਹੁੰਦੀ, ਦੋ ਤਰ੍ਹਾਂ ਦੀ ਸਬਜ਼ੀ, ਨਿੱਕੇ ਨਿੱਕੇ ਹੁੰਦੇ, ਕਿਤੇ ਵੀ ਦੋ ਤਰ੍ਹਾਂ ਦੀ ਸਬਜ਼ੀ ਨਹੀਂ ਵੇਖੀ ਆਈ। ਜੇ ਸਵੇਰੇ ਦਾਲ ਬਣੀ ਸ਼ਾਮ ਨੂੰ ਵੀ ਉਹ ਛਕ ਲੈਂਦੇ ਹਨ, ਇਹ ਸ਼ਾਮ ਨੂੰ ਬਣਾਉਣੇ ਤੇ ਸਵੇਰੇ ਵੀ ਉਹ ਦਾਲ ਛਕੀ ਜਾਂਦੀ। ਹੁਣ ਤੇ ਹੋਰ ਗੱਲ ਹੈ, ਹੁਣ ਤੇ ਤਾਜ਼ੀ ਪ੍ਰਸ਼ਾਦਾ, ਤਾਜ਼ਾ ਹੀ ਫੁਲਕਾ ਹੀ ਛਕਦੇ ਆ। ਚਲੋ ਸਹੂਲਤਾਂ ਜ਼ਿਆਦੀਆਂ ਹੋ ਗਈਆਂ, ਉਦੋਂ ਤੇ ਚੰਗੇਰ ਭਰ ਕੇ ਬੀਬੀਆਂ ਤਿਆਰ ਕਰ ਲੈਂਦੀਆਂ ਇਹ, ਸ਼ਾਮ ਤੱਕ ਸਵੇਰ ਦਾ ਪ੍ਰਸ਼ਾਦਾ ਹੀ ਜਿਹੜਾ ਬਾਸੀ ਪ੍ਰਸ਼ਾਦਾ ਵੀ ਚੱਲਿਆ ਜਾਂਦਾ ਸੀ ਉਹ ਛਕਦੇ ਹਨ। ਜਦੋਂ ਤੂੰਬੀ ਦੀ ਚਟਨੀ ਦਿੱਤੀ ਤੇ ਉਹਨਾਂ ਨੂੰ ਉਹ ਤੇ ਬੜੀ ਕੜਤਨ, ਉਹ ਤੇ ਕਹਿੰਦੇ ਉਹ ਭਗਤ ਕਬੀਰ ਜੀ ਜ਼ਹਿਰ ਖਵਾਉਣ ਲੱਗਾ ਸਾਨੂੰ। ਕਹਿੰਦੇ ਜੀ ਉਹੀ ਤੂੰਬੀ ਹੈ ਜਿਹੜੀ ਠਾਠ ਤੀਰਥਾਂ ਦਾ ਇਸ਼ਨਾਨ ਕਰਕੇ ਆਈ। ਉਹ ਗਲ ਪੈ ਕੇ ਚਲਾ ਕੇ ਮਾਰੀਆਂ ਥਾਲੀਆਂ ਭਗਤ ਜੀ ਦੇ ਪੈਰਾਂ 'ਚ। ਕਹਿੰਦੇ ਤੇ ਭਗਤ ਜੀ ਹੱਸ ਪਏ, ਕਹਿੰਦੇ ਵੀ ਤੂੰਬੀ ਤੇ ਠਾਠ ਤੀਰਥ 20 ਟੁੱਬੀਆਂ ਲਾ ਕੇ ਵੀ ਇਹਦੀ ਕੜਤਨ ਨਹੀਂ ਅੰਦਰੋਂ ਗਈ, ਤੇ ਤੁਸੀਂ 5 ਲਾਈਆਂ ਹੋਣੀਆਂ, ਕੜਤਨ ਤੁਹਾਡੇ ਅੰਦਰੋਂ ਨਹੀਂ ਗਈ। ਤੁਸੀਂ ਵੀ ਤੂੰਬੀ ਵਰਗੇ ਕੌੜੇ ਜ਼ਹਿਰ ਨਾਲ ਹੀ ਭਰੇ ਹੋ। ਠਾਠ ਤੀਰਥਾਂ ਦਾ ਲੱਗਦਾ ਲਾਭ ਤੁਹਾਨੂੰ ਵੀ ਕੋਈ ਨਹੀਂ ਹੋਇਆ। ਇੱਕ ਤੀਰਥ ਤੇ ਜਾ ਕੇ ਸਾਡਾ ਜੀਵਨ ਬਦਲਣਾ ਚਾਹੀਦਾ ਹੈ। ਮੰਨ ਲਓ ਕਿਤੇ ਆਪਾਂ ਗਏ, ਉੱਥੇ ਵਾਅਦਾ ਕਰਕੇ ਗਏ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਸਾਹਿਬ ਆਏ ਆ, ਇੱਥੇ ਤੁਹਾਨੂੰ ਗੁਰਤਾ ਗੱਦੀ ਮਿਲੀ ਸੀ, ਅੱਜ ਤੋਂ ਬਾਅਦ ਝੂਠ ਨਹੀਂ ਜੇ ਬੋਲਣਾ, ਮੇਰਾ ਤੁਹਾਡੇ ਨਾਲ ਵਾਅਦਾ ਜੇ, ਤੇ ਸਾਲ ਬਾਅਦ ਆਵਾਂਗਾ, ਮੈਂ ਵਾਅਦਾ ਪੂਰਾ ਨਿਭਾ ਕੇ ਆਵਾਂਗਾ ਸਾਲ। ਮੈਂ ਨਿੰਦਿਆ ਨਹੀਂ ਜੇ ਕਰਨੀ ਹੈ ਮੇਰਾ। ਇੱਕ ਯਾਤਰਾ ਤੇ ਇੱਕ ਗੁਣ ਸਾਨੂੰ ਧਾਰਨ ਕਰ ਲਈਏ ਨਾ ਇਹ, ਤੇ ਸਾਡਾ ਜੀਵਨ ਬੜੀ ਜਲਦੀ ਬਦਲ ਸਕਦਾ ਹੈ। ਲੋਕੀ ਉਹਨੂੰ ਟੁੱਬੇ ਨਹੀਂ ਲਾਉਣੇ, ਅਸੀਂ ਕੜਤਨ ਫਿਰ ਨਹੀਂ ਜਾਂਦੀ ਹੈ। ਮਹਾਰਾਜ ਕਹਿੰਦੇ ਕਈ ਤੀਰਥਾਂ ਤੇ ਨਹਾਉਂਦੇ ਫਿਰਦੇ ਹਨ ਜੀ, ਨਿਰਹਾਰ ਕਰਤੀ ਅਪਰਸਾ, ਕਈ ਨਿਰਹਾਰ ਰਹਿੰਦੇ, ਭੋਜਨ ਪ੍ਰਸ਼ਾਦਾ ਛੱਡ ਲਿਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਰੱਬ ਨਹੀਂ ਮਿਲਦਾ। ਤਜੇ ਅੰਨ ਨਾ ਮਿਲੇ ਗੋਪਾਲ, ਅੰਨ ਛੱਡਿਆ ਰੱਬ ਨਹੀਂ ਮਿਲਦਾ। ਛੋੜੈ ਅੰਨ ਕਰੇ, ਅੰਨ ਛੱਡਣ ਵਾਲੇ ਨੂੰ ਮਹਾਰਾਜ ਨੇ ਪਖੰਡੀ ਕਿਹਾ, ਕਹਿੰਦੇ ਅੰਨ ਛੱਡਿਆ ਰੱਬ ਨਹੀਂ ਮਿਲਦਾ ਹੈ। ਅਨੇਕਾਂ ਐਸੇ ਹਨ ਜੋ ਗੁਫਾ 'ਚ ਲੁਕ ਕੇ ਰਹਿੰਦੇ ਨੇ, ਦਰਸ਼ਨ ਨਹੀਂ ਦੇ ਦਿੰਦੇ, ਕਹਿੰਦੇ ਅਸੀਂ ਮਿਲਣਾ ਹੀ ਨਹੀਂ ਕਿਸੇ ਨੂੰ ਜੀ। ਇੱਕ ਮਨ ਹੀ ਗਿਆਤਾ, ਇੱਕ ਮਨ ਕਰਕੇ ਕਹਿੰਦਾ ਮੈਂ ਗਿਆਨੀ, ਕਿਸੇ ਨੂੰ ਦੱਸਣਾ ਨਹੀਂ। ਮਨ ਦੇ ਗਿਆਨੀ ਨੂੰ ਅਸੀਂ ਕੀ ਕਰਨਾ ਜੇ ਦੂਸਰੇ ਨੂੰ ਗਿਆਨ ਨਹੀਂ ਦੱਸਦਾ। ਮਨ ਦਾ ਗਿਆਨੀ ਆਪ ਤਰੇਗਾ, ਤੇ ਜਿਹੜਾ ਵੈਸੇ ਗਿਆਨੀ ਦੂਸਰਿਆਂ ਨੂੰ ਸਿੱਖਿਆ ਦੇ ਤੋਂ ਕਈਆਂ ਨੂੰ ਤਾਰੇਗਾ। ਕੱਲ੍ਹ ਦਾਸ ਦੀ ਗੱਲ, ਮੁਹੰਮਦ ਸਾਹਿਬ ਨੂੰ ਚੇਲਾ ਕਹਿੰਦਾ ਜੀ ਇੰਨਿਆਂ ਨੂੰ ਸਵਰਗ ਭੇਜਣ ਵਾਲਾ ਨਰਕਾਂ 'ਚ ਕਿਵੇਂ ਪੈ ਸਕਦਾ। ਮੰਨ ਲਓ ਵੀ ਮੇਰਾ ਜੀਵਨ ਚੰਗਾ ਨਹੀਂ, ਆਪ ਜੀ ਕਥਾ ਸੁਣਦੇ ਹੋ, ਆਪ ਜੀ ਵਿੱਚੋਂ ਰੱਬ ਦੇ ਘਰ ਪ੍ਰਵਾਨ ਹੋ ਜਾਂਦੇ ਹੋ, ਤੇ ਹੋ ਸਕਦਾ ਉਹਦਾ ਬੈਨੀਫਿਟ ਮੈਨੂੰ ਵੀ ਮਿਲੇ, ਵੀ ਇਹਦੇ ਰਾਹੀਂ ਇਹ ਤਰੇ ਨੇ ਜਿਹੜੇ ਕਰਨ ਵਾਲੇ ਨੂੰ ਵੀ ਤਾਰ ਦਿਓ, ਵੀ ਮੇਰਾ ਜੀਵਨ ਨਾ ਚੰਗਾ ਹੋਵੇ, ਤੁਸੀਂ ਰੱਬ ਦੇ ਘਰ ਪ੍ਰਵਾਨ ਹੋ ਜਾਓ, ਤੇ ਤੁਹਾਡੇ ਤਰਸ ਦੇ ਆਧਾਰ ਤੇ ਮੈਂ ਵੀ ਤਰਜਾਂ ਭਾਈ, ਉਹਦੇ ਰਾਹੀਂ ਇਹ ਤਰੇ ਨੇ। ਜੇ 10 ਤੁਸੀਂ ਸਵਰਗ 'ਚ ਜਾਓਗੇ ਤਾਂ ਮੇਰੇ ਤੇ ਵੀ ਤਰਸ ਕਰੇਗਾ ਨਾ ਵਾਹਿਗੁਰੂ। ਇਹਨੇ ਕੁਝ ਸੁਣਾਇਆ ਇਹਨਾਂ ਨੇ ਜੀ, ਮੇਰਾ ਭਾਵੇਂ ਜੀਵਨ ਚੰਗਾ ਨਹੀਂ, ਇਹ ਵੀ ਬਖਸ਼ਿਸ਼ ਵਰਤਦੀ ਹੈ। ਘਾਟ ਨਾਨਕ ਨਹੀਂ ਕਹਾਇਆ, ਘੱਟ ਧਰਮ ਦੀ ਦੁਨੀਆ 'ਚ ਕੋਈ ਨਹੀਂ ਜੇ ਘੁਆਉਂਦਾ। ਮੈਨੂੰ ਵੀ ਥੋੜਾ ਜਿਹਾ ਹੰਕਾਰ ਹੈ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਲਈਏ। ਮੈਂ ਇੱਕ ਵਾਰੀ ਮੇਰੇ ਮੂੰਹ 'ਚੋਂ ਗੱਲ ਨਿਕਲੀ, ਇਹ ਕਾਕਾ ਮੇਰੇ ਨਾਲ ਹੀ, ਮੈਂ ਕਿਹਾ ਵੀ ਸਾਡੇ ਧਰਮ 'ਚ ਕੋਈ ਵਿਰਲੇ ਵਿਦਵਾਨ ਨੇ ਜਿਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ ਹੋਏਗੀ। ਸੁਣ ਕੇ ਘੰਟਾ ਕਥਾ ਕਰਨ ਵਾਲੇ ਬਹੁਤ ਨੇ, ਜਿਨ੍ਹਾਂ ਨੂੰ ਅਸੀਂ ਟੀਵੀਆਂ 'ਤੇ ਸੁਣਿਆ ਤੇ ਅਸੀਂ ਸੱਦ ਲਿਆ। ਤੇ ਉਹ ਮੇਰੇ ਮਨ 'ਚ ਵਿਚਾਰ ਆਈ ਵੀ ਕਿਤੇ ਕਥਾ ਕਰਨ ਦਾ ਵੀ ਹੰਕਾਰ ਤੇ ਨਹੀਂ ਹੋ ਗਿਆ ਵੀ ਇੱਕ ਵਾਰੀ ਕਥਾ ਕਰ ਲਈ ਗੁਰੂ ਗ੍ਰੰਥ ਸਾਹਿਬ ਦੀ। ਇਹੋ ਜਿਹੇ ਬਹੁਤ ਨੇ, ਕੋਈ ਘੱਟ ਨਹੀਂ ਜੇ ਕਹਿੰਦਾ ਮੈਂ ਆਹ ਕਰ ਲਿਆ ਜੀ, ਮਾਹ ਕਰ ਲਿਆ। ਸਾਡੇ ਵਰਗੇ ਧਾਰਮਿਕ ਬੰਦਿਆਂ 'ਚ ਹੰਕਾਰ ਜ਼ਿਆਦਾ ਹੁੰਦਾ ਜੀ, ਸੱਚ ਜਾਣੋ ਕਿਤੇ ਵੇਖ ਲਿਓ, ਧਾਰਮਿਕ ਬੰਦੇ ਜ਼ਿਆਦਾ ਲੜਦੇ ਜੀ। ਮਹਾਰਾਜ ਕਹਿੰਦੇ ਕੋਈ ਨਹੀਂ ਇੱਥੇ ਘੱਟ ਘੋਣਾ ਚਾਹੁੰਦਾ, ਕਹਿੰਦੇ ਮੈਂ ਹੀ ਚੰਗਾ ਹਾਂ। ਸਭ ਕਹਿੰਦੇ ਹੈ ਪਾਇਆ, ਸਾਰੇ ਕਹਿੰਦੇ ਵੀ ਮੈਨੂੰ ਰੱਬ ਮਿਲ ਗਿਆ ਜੀ, ਮੈਨੂੰ ਰੱਬ ਮਿਲ ਗਿਆ ਹੈ। ਜਿਸ ਵੇਲੇ ਸੋ ਭਗਤਾ, ਕੋਈ ਭਗਤ ਹੈ ਜਿਹਨੂੰ ਰੱਬ ਆਪਣੇ ਨਾਲ ਮਿਲਾ ਲੈਂਦਾ ਹੈ। ਸਗਲ ਉਕਤੇ ਉਪਾਵਾ, ਸਾਰੇ ਉਪਾਵ ਛੱਡ ਕੇ ਭਾਈ ਉਹਦੀ ਬਖਸ਼ਿਸ਼ ਹੀ ਕੰਮ ਕਰਦੀ ਹੈ। ਜਾਗੇ ਸ਼ਰਨ ਪਾਵਾ, ਕਹਿੰਦੇ ਮੈਂ ਤੇ ਰੱਬ ਦੀ ਸ਼ਰਨ ਪ੍ਰਾਪਤ ਕਰ ਲਈ, ਆਪਣੀ ਮੱਤ ਤਿਆਗ ਦਿੱਤੀ ਹੈ। ਨਾਨਕ ਗੁਰ ਚਰਨ ਪਰਾਤਾ, ਨਾਨਕ ਨੇ ਤੇ ਗੁਰੂ ਦੇ ਚਰਨ ਪਕੜਦੇ ਨੇ। ਨਾਨਕ ਹੋਰ ਕੁਝ ਨਹੀਂ ਕਰਦਾ, ਨਾਨਕ ਉਹ ਕਰਦਾ ਜੋ ਨਾਨਕ ਦਾ ਗੁਰੂ ਕਹਿੰਦਾ। ਅਸੀਂ ਵੀ ਉਹ ਕਰੀਓ ਸਾਡਾ ਗੁਰੂ ਕਹਿੰਦਾ, ਇਹਦੇ ਵਰਗੀ ਭਗਤੀ ਕੋਈ ਨਹੀਂ। ਭੁੱਲਾਂ ਚੁੱਕਾਂ ਦੀ ਖਿਮਾ